ਸਤਿ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਸੀ ਕਰਿਆਰੇ। ਗੁਰ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਧਾਸ ਨਾ ਭਰਿਆਏ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜਿਉ ਬੁਲਾਵਹੁ ਤਿਉ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਮੂਕ ਬੁਚਰਹਿ ਸ਼ਾਸਤਰ ਖਟ, ਪੇਂਗ ਗਿਰਨ ਚੜ ਜਾਹੇ। ਅੰਧ ਲਖੈ ਬਦਰੁ ਸੁਣੈ, ਜਿਉ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖਹੁ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਬੋਲੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਆਸਾ ਮਹੱਲਾ ਪਹਿਲਾ। ਵਾਰ ਸਲੋਕਾ ਨਾਲ। ਸਲੋਕ ਭੀ ਮਹੱਲੇ ਪਹਿਲੇ ਕੇ, ਲਿਖੇ ਟੁੰਡੇ ਅਸ ਰਾਜੈ ਕੀ ਧੁਨੀ। ਸਲੋਕ ਮਹੱਲਾ ਪਹਿਲਾ। ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦ ਵਾਰ। ਜਿਨ ਮਾਨਸ ਕੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦ ਵਾਰ। ਸਤਿਗੁਰਾਂ ਦੀ ਸਾਜੀ ਨਿਵਾਜੀ। ਗੁਰੂ ਖਾਲਸਾ ਸਾਧ ਸੰਗਤ ਜੀ, ਪ੍ਰੇਮ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਬੜੇ ਵਡਭਾਗੀ ਹਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਮਹਾਰਾਜ ਸਾਹਿਬ ਜੀ ਦੀ ਤਾਬਿਆ ਵਿੱਚ ਚਰਨ ਸਰਣ ਵਿੱਚ ਰਹਿਣ ਦਾ ਸੁਭਾਗ ਸਮਾਂ ਸਤਿਗੁਰਾਂ ਨੇ ਸਾਨੂੰ ਬਖਸ਼ਿਆ ਹੈ। ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਸਾਨੂੰ ਸਾਰੇ ਜੀਵਾਂ ਨੂੰ ਦਰਸ਼ਨ ਦਿਦਾਰੇ ਬਖਸ਼ੇ ਹਨ।
ਜਨਮ ਮਰਨ ਦੁਖ ਜਾਏ। ਸਤਿਗੁਰਾਂ ਨੇ ਆਪਣੇ ਦਰਸ਼ਨ ਦਿਦਾਰੇ ਬਖਸ਼ ਕੇ ਜਿਹੜਾ ਸਾਡਾ ਸੰਸਾਰ ਆਵਾਗਮਨ ਹੈ ਉਸ ਨੂੰ ਮਿਟਿਆ ਹੈ। ਬਲਿਹਾਰਨੇ ਵਾਰਨੇ ਫੇਰਨੇ ਜਾਈਏ ਐਸੇ ਸਤਿਗੁਰਾਂ ਦੇ, ਜਿਨ੍ਹਾਂ ਨੇ ਐਸੀ ਕਿਰਪਾ ਮਿਹਰਾਮਤ ਕੀਤੀ ਹੈ। ਆਪ ਸੰਤ ਨੇ ਬੜੇ ਪ੍ਰੇਮ ਪਿਆਰ ਸਰਦਾ ਭਾਉ ਭਾਵਨੀ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਵਿਆਖਿਆ ਜਿਹੜੀ ਹੈ ਆਪ ਨੇ ਬੜੇ ਪ੍ਰੇਮ ਦੇ ਨਾਲ ਸਰਵਣ ਕੀਤੀ। ਸਮਾਂ ਭਾਈ ਬਣਿਆ, ਗੁਰਸਿੱਖਾਂ ਨੇ ਹੁਕਮ ਕੀਤਾ, ਗੁਰੂ ਕੀ ਸਾਧ ਸੰਗਤ ਨੇ ਹੁਕਮ ਕੀਤਾ ਕਿ ਆਸਾ ਜੀ ਕੀ ਵਾਰ ਕੀ ਕਥਾ ਹੋਵੇ। ਸੰਗਤ ਦੇ ਭਾਈ ਹਿਰਦੇ ਦੇ ਵਿੱਚ ਭਾਵਨਾ ਸੀ, ਗੁਰਸਿੱਖਾਂ ਨੇ ਹੁਕਮ ਕੀਤਾ ਸੀ ਕਿ ਆਸਾ ਜੀ ਕੀ ਵਾਰ ਕੀ ਕਥਾ ਹੋਵੇ। ਸੋ ਭਾਈ ਉਹਨਾਂ ਦੇ ਬਚਨਾਂ ਤੇ ਫੁੱਲ ਚੜਾਉਂਦਿਆਂ ਹੋਇਆਂ, ਉਹਨਾਂ ਦੀ ਆਗਿਆ ਨੂੰ ਮੰਨਦਿਆਂ ਹੋਇਆਂ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਸਾਨੂੰ ਜੀਵਾਂ ਨੂੰ ਇਹ ਸਾਰਾ ਕੁਝ ਹੁਕਮ ਉਦਮ ਉਪਰਾਲਾ ਬਖਸ਼ਿਆ। ਗੁਰੂ ਕੀ ਸਾਧ ਸੰਗਤ ਵਿੱਚ ਬਹਿਣ ਦਾ, ਵਿਚਾਰ ਕਥਾ ਵਿਚਾਰ ਕਰਨ ਦਾ ਮਾਣ ਬਖਸ਼ਿਆ ਸਤਿਗੁਰਾਂ ਨੇ। ਆਪਣੀ ਬ੍ਰਹਮ ਸਰੂਪ ਗੁਰਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਸਤਿਗੁਰਾਂ ਨੇ ਵਿਆਖਿਆ ਕਰਵਾਈ ਹੈ। ਆਓ ਭਾਈ ਸਾਰੇ ਰਲ ਮਿਲ ਕੇ ਜੁੜੀਏ, ਮਹਾਰਾਜ ਸਾਹਿਬ ਜੀ ਦਾ ਜਿਹੜਾ ਜਸ ਵਡਿਆਈ ਹੈ ਨਾ ਉਹਦੇ ਨਾਲ ਇੱਕ ਮਿੱਕ ਇਕਾਗਰ ਹੋ ਕੇ ਜੁੜੀਏ। ਕਿਉਂਕਿ ਜਿਹੜੀ ਆਸਾ ਦੀ ਵਾਰ ਗੁਰਬਾਣੀ ਹੈ ਇਹਦਾ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗਾਂ ਅੱਜ ਤੱਕ ਪੰਥ ਦੇ ਵਿੱਚ ਰਵਾਇਤ ਰਹੀ ਹੈ ਕਿ ਅੰਮ੍ਰਿਤ ਵੇਲੇ ਗੁਰਬਾਣੀ ਦਾ ਕੀਰਤਨ ਹੁੰਦਾ ਹੈ। ਇਸ ਆਸਾ ਜੀ ਕੀ ਵਾਰ ਗੁਰਬਾਣੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਵੀ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਰਹੇ ਹਨ। ਉਸ ਤੋਂ ਬਾਅਦ ਹੁਕਮ ਹੀ ਕਰ ਦਿੱਤਾ ਸਤਿਗੁਰਾਂ ਨੇ ਕਿ ਅੱਜ ਤੋਂ ਖਾਲਸੇ ਪੰਥ ਦੇ ਵਿੱਚ, ਇਸ ਨਿਰਮਲ ਪੰਥ ਦੇ ਵਿੱਚ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਜਿਹੜਾ ਸਤਿਗੁਰਾਂ ਨੇ ਨਿਰਮਲ ਪੰਥ ਚਲਾਇਆ ਹੈ ਨਾ, ਮੈਲ ਤੋਂ ਰਹਿਤ ਖਾਲਸ ਸੁਖ ਸਰੂਪ ਜਿਹੜਾ ਹੈ, ਉਹ ਪੰਥ ਦੇ ਵਿੱਚ ਹੁਕਮ ਹੀ ਕਰ ਦਿੱਤਾ ਕਿ ਅੱਜ ਤੋਂ ਜਿੰਨੀਆਂ ਵੀ ਧਰਮਸ਼ਾਲਾ ਹਨ, ਜਿੱਥੇ ਜਿੱਥੇ ਵੀ ਹੋਵੇ ਕੀਰਤਨ ਸਦਾ ਵਸੂਗਾ, ਜਿੱਥੇ ਵੀ ਧਰਮਸਾਲ ਹੈ, ਕੋਈ ਗੁਰੂ ਦਾ ਘਰ ਬਣਿਆ ਹੈ, ਗੁਰੂ ਕੀ ਸਾਧ ਸੰਗਤ ਜੁੜੀ ਹੈ, ਸਾਰੇ ਗੁਰਸਿੱਖ ਮਾਈ ਭਾਈ ਰਲ ਮਿਲ ਕੇ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਗਾਇਨ ਕਰੋ। ਫਿਰ ਜਦੋਂ ਪੰਚਮ ਪਾਤਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਇੰਨੀ ਸੁੰਦਰ ਰਚਨਾ ਲਾ ਦਿੱਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ, ਉਸ ਦਿਨ ਤੋਂ ਲੈ ਕੇ ਸ੍ਰੀ ਆਸਾ ਜੀ ਕੀ ਵਾਰ ਦਾ ਨਿਤਨੇਮ ਜਿਹੜਾ ਹੈ ਉਹ ਭਾਈ ਪ੍ਰਪੱਕ ਹੋ ਗਿਆ। ਕਿਉਂਕਿ ਗੁਰੂ ਘਰ ਦਾ ਜਿਹੜਾ ਨਿਤਨੇਮ ਹੈ ਉਹ ਗੁਰਸਿੱਖਾਂ ਨੇ ਮੰਨਿਆ ਹੈ ਕਿ ਆਸਾ ਜੀ ਕੀ ਵਾਰ ਦਾ ਨਿਤਨੇਮ ਹੈ। ਜਿਹੜੀਆਂ ਅਸੀਂ ਪੰਜ ਗੁਰਬਾਣੀਆਂ ਪੜ੍ਹਦੇ ਹਾਂ, ਸ੍ਰੀ ਜਪਜੀ ਸਾਹਿਬ, ਜਾਪ ਸਾਹਿਬ, ਪ੍ਰਸਾਦ, ਚੌਪਈ, ਆਨੰਦ ਸਾਹਿਬ ਪੜ੍ਹਦੇ ਹਾਂ, ਇਹ ਤੇ ਸਤਿਗੁਰਾਂ ਨੇ ਸਾਡੇ ਭਲੇ ਲਈ, ਸਾਡੇ ਜੀਵਾਂ ਦੇ ਨਿਤਨੇਮ ਲਈ ਇਹ ਬਣਾਈਆਂ ਨੇ। ਗੁਰਬਾਣੀ ਪੜ੍ਹਨ ਦਾ ਕੋਈ ਡਰ ਨਹੀਂ ਕਿ ਗੁਰੂ ਘਰ ਪੜ੍ਹ ਦੇਵਾਂਗੇ, ਪਰ ਜਿਹੜਾ ਮੂਲ ਸੋਚੀਏ ਉਹ ਇਹ ਹੈ ਕਿ ਆਸਾ ਜੀ ਕੀ ਵਾਰ ਦਾ ਜਿਹੜਾ ਕੀਰਤਨ ਹੈ ਨਾ, ਗੁਰੂ ਘਰ ਦਾ ਨਿਤਨੇਮ ਹੀ ਇਹ ਮੰਨਿਆ ਜਾਂਦਾ ਸੀ। ਹੁਣ ਹਰਿਮੰਦਰ ਸਾਹਿਬ ਹੋਰ ਕੋਈ ਗੁਰਬਾਣੀ ਨਹੀਂ ਪੜ੍ਹਦੇ, ਕੇਵਲ ਤੇ ਕੇਵਲ ਸਭ ਤੋਂ ਪਹਿਲਾਂ ਜਿਹੜੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੱਕੇ ਉਚਾਰਨ ਕੀਤੇ ਗੁਰਬਾਣੀ ਅੰਦਰ, ਤੇ ਆਸਾ ਜੀ ਕੀ ਵਾਰ ਦਾ ਕੀਰਤਨ ਹੁੰਦਾ ਹੈ। ਕਿਉਂਕਿ ਗੁਰੂ ਘਰ ਦੀ ਮਰਿਆਦਾ ਰਹੀ ਹੈ ਕਿ ਗੁਰੂ ਘਰ ਦੇ ਅੰਦਰ ਇਤਿਹਾਸਕ ਅਸਥਾਨਾਂ ਦੇ ਅੰਦਰ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਰੋਜ਼ ਹੋਣਾ ਚਾਹੀਦਾ। ਇਸ ਕਰਕੇ ਭਾਈ ਗੁਰਸਿੱਖਾਂ ਨੇ ਹੁਕਮ ਕੀਤਾ, ਅਸੀਂ ਸਤਿਗੁਰਾਂ ਨੇ ਚਰਨ ਸ਼ਰਨ ਬਖਸ਼ੀ ਹੈ। ਆਓ ਬੜੇ ਪ੍ਰੇਮ ਸਤਿਕਾਰ ਦੇ ਨਾਲ ਅੱਜ ਪਹਿਲੀ ਪੌੜੀ ਦੀ ਜਿਹੜੀ ਵਿਆਖਿਆ ਹੈ ਨਾ, ਪਹਿਲੇ ਸ਼ਲੋਕ ਦੀ ਸਮੇਤ, ਉਹ ਆਪਣੀਆਂ ਮਨੋਂ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰੇਮ ਸਤਿਕਾਰ ਦੇ ਨਾਲ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ। ਸਤਿਗੁਰਾਂ ਨੇ ਗੁਰਬਾਣੀ ਦੀ ਪ੍ਰਥਮਤਾ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕੀਤਾ ਹੈ। ਉਸ ਵਾਹਿਗੁਰੂ ਦੇ ਅੱਗੇ ਡੰਡਾਉਤ ਬੰਦਨਾ ਅਰਚਨਾ ਕੀਤੀ ਹੈ, ਜਿਨੇ ਇੰਨਾ ਜ਼ਿਆਦਾ ਵੱਡਾ ਪਸਾਰਾ ਬਣਾਇਆ, ਸਾਰੇ ਜੀਵਾਂ ਨੂੰ ਰੋਜੀ ਰੋਟੀ ਬਖਸ਼ੀ, ਸਾਰੇ ਜੀਵਾਂ ਨੂੰ ਪੈਦਾ ਕੀਤਾ। ਉਸ ਅਕਾਲ ਪੁਰਖ ਵਾਹਿਗੁਰੂ ਦਾ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮੰਗਲ ਗਾਇਆ ਹੈ। ਸਭ ਤੋਂ ਪਹਿਲਾਂ ਸਤਿਗੁਰੂ ਜੀ ਪ੍ਰਮਾਣ ਕਰਦੇ ਹਨ, ਇੱਕ ਓੰਕਾਰ। ਇੱਕ ਜਿਹੜਾ ਦੁਆਇ ਤੋਂ ਰਹਿਤ ਅਦਵੈਤ ਸਰੂਪ ਪਰਮਾਤਮਾ ਹੈ, ਜਿਹਦੇ ਵਿੱਚ ਦੋ ਭਾਵ ਨਹੀਂ, ਦੁਈ ਭਾਵ ਤੋਂ ਰਹਿਤ ਹੈ। ਕੇਵਲ ਤੇ ਕੇਵਲ ਇੱਕ ਸਰੂਪ ਜਿਹੜਾ ਓੰਕਾਰ ਕਹੀਏ ਕਿ ਸਮੂਹਕ ਦਾ ਪ੍ਰਕਾਸ਼ਕ ਹੈ, ਸਾਰੇ ਜੀਵਾਂ ਨੂੰ ਪ੍ਰਕਾਸ਼ ਕਰਨ ਵਾਲਾ, ਸਾਰੇ ਬ੍ਰਹਮੰਡਾਂ ਖੰਡਾਂ ਦੀ ਰਚਨਾ ਕਰਨ ਵਾਲਾ ਓੰਕਾਰ ਮੰਨਿਆ ਹੈ। ਕਿਉਂਕਿ ਓੰਕਾਰ ਦਾ ਹੀ ਸਾਰਾ ਵਸਾਰਾ ਹੈ। ਜੋ ਵੀ ਅਸੀਂ ਵੇਖਦੇ ਹਾਂ ਇਹ ਇੱਕ ਓੰਕਾਰ ਦੇ ਸ਼ਬਦ ਦਾ ਹੀ ਵਸਾਰਾ ਹੈ। ਇਸ ਕਰਕੇ ਇੱਕ ਅਦਵੈਤ ਸਰੂਪ ਜਿਹੜਾ ਦੁਆਇਰ ਤੋਂ ਰਹਿਤ ਪਰਮਾਤਮਾ ਹੈ, ਓੰਕਾਰ ਸਮੂਹ ਦਾ ਪ੍ਰਕਾਸ਼ਕ। ਸਤਨਾਮ ਜਿਹੜਾ ਹੈ, ਸਤਨਾਸ਼ ਤੋਂ ਰਹਿਤ ਜਿਹੜਾ ਉਸ ਵਾਹਿਗੁਰੂ ਦਾ ਨਾਮ ਹੈ। ਕਰਤਾ ਪੁਰਖ, ਕਰਤਾ ਪੁਰਖ ਕਹੀਏ ਕਿ ਸਾਰੀ ਸ੍ਰਿਸ਼ਟੀ ਨੂੰ ਕਰਨ ਵਾਲਾ ਕੇਵਲ ਤੇ ਕੇਵਲ ਉਹ ਮਰਦ ਅਗੰਮੜਾ, ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ। ਉਸ ਤੋਂ ਬਗੈਰ ਹੋਰ ਕੋਈ ਵੀ ਨਹੀਂ। ਆਪ ਨਾਥ ਨਾਥੀ ਸਭ ਜਾਤੀ, ਕੇਵਲ ਤੇ ਕੇਵਲ ਆਪ ਉਹ ਕਰਤਾ ਪੁਰਖ ਨਾਥ ਹੈ, ਬਾਕੀ ਸਾਰਿਆਂ ਨੂੰ ਉਸਨੇ ਨੱਥ ਦੇ ਵਿੱਚ ਪਾਇਆ ਹੈ। ਨੱਕ ਹੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਇਹ ਤੇ ਉਸ ਵਾਹਿਗੁਰੂ ਨੇ ਸਾਰੇ ਜੀਵਾਂ ਦੇ ਨੱਕਾਂ ਦੇ ਵਿੱਚ ਨੱਥਾਂ ਪਾਈਆਂ ਨੇ ਆਪਣੀਆਂ। ਜਿੱਧਰ ਨੂੰ ਖਿੱਚਦਾ ਜੀਵ ਉਧਰ ਨੂੰ ਜਾਈ ਜਾਂਦਾ। ਇਸ ਕਰਕੇ ਉਹ ਕਰਤਾ ਪੁਰਖ ਹੈ, ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ ਅਕਾਲ ਪੁਰਖ ਪਰਮਾਤਮਾ। ਨਿਰਭਉ ਉਹ ਅਕਾਲ ਪੁਰਖ ਵਾਹਿਗੁਰੂ ਨਾ ਤੇ ਕਿਸੇ ਨੂੰ ਭੈ ਦਿੰਦਾ ਹੈ ਤੇ ਨਾ ਕਿਸੇ ਤੋਂ ਕੋਈ ਡਰ ਲੈਂਦਾ ਹੈ, ਨਾ ਹੀ ਕਿਸੇ ਤੋਂ ਡਰਦਾ ਹੈ ਤੇ ਨਾ ਕਿਸੇ ਨੂੰ ਡਰਾਉਂਦਾ ਹੀ ਹੈ। ਉਹ ਡਰ ਤੋਂ ਰਹਿਤ ਨਿਰਵੈਰ ਕਹੀਏ ਕਿ ਨਾ ਇਹਦਾ ਕਿਸੇ ਨਾਲ ਉਸ ਵਾਹਿਗੁਰੂ ਦਾ ਵੈਰ ਹੈ ਤੇ ਨਾ ਕਿਸੇ ਤੋਂ ਵੈਰ ਲੈਂਦਾ ਹੈ ਤੇ ਨਾ ਕਿਸੇ ਨਾਲ ਵੈਰ ਹੁੰਦਾ ਹੈ। ਉਹ ਨਿਰਭਉ ਨਿਰਵੈਰ ਸੁਧ ਸਰੂਪ ਅਕਾਲ ਪੁਰਖ, ਅਕਾਲ ਦੀ ਮੂਰਤ ਸਰੂਪ ਹੈ। ਉਹ ਅਕਾਲ ਕਹੀਏ ਜਿਹੜਾ ਤਿੰਨਾਂ ਸਮਿਆਂ ਦੇ ਵਿੱਚ ਨਹੀਂ ਆਉਂਦਾ, ਤ੍ਰੀ ਕਾਲ ਆਬਾਦ ਪਰਮਾਤਮਾ ਹੈ ਜਿਹੜਾ, ਐਸੀ ਉਸ ਦੀ ਸੁਧ ਮੂਰਤ ਹੈ। ਅਜੂਨੀ ਸੈਭੰ ਗੁਰ ਪ੍ਰਸਾਦ, ਅਜੂਨੀ ਉਹ ਜਿਹੜੀ 84 ਲੱਖ ਜੂਨਾਂ ਹਨ, ਉਹਨਾਂ ਦੇ ਵਿੱਚ ਉਹ ਅਕਾਲ ਪੁਰਖ ਨਹੀਂ ਹੁੰਦਾ। ਸੈਭੰ ਸੁਤੇ ਸਿੱਧ ਪ੍ਰਕਾਸ਼ ਹੈ, ਨਾ ਤੇ ਉਹ ਬਿੰਦੀ ਔਲਾਦ ਹੈ ਤੇ ਨਾ ਹੀ ਨਾਤੀ ਔਲਾਦ ਹੈ, ਨਾ ਉਹ ਵਾਹਿਗੁਰੂ ਪਤੰਤਰ ਹੈ। ਉਹ ਤੇ ਸੁਤੰਤਰ ਸਰੂਪ ਸੈਭੰ ਸੁਤੇ ਸਿੱਧ ਪ੍ਰਕਾਸ਼ ਹੈ। ਗੁਰ ਪ੍ਰਸਾਦ ਮਹਾਰਾਜ ਸਾਹਿਬ ਜੀ ਵਰਣਨ ਕਰਦੇ ਨੇ, ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ ਇੱਕ ਓੰਕਾਰ ਹੈ ਨਾ, ਜਿਹੜਾ ਨਾਸ਼ ਤੋਂ ਰਹਿਤ ਹੈ, ਜਿਹਦਾ ਨਾਮ ਵੀ ਲੈਣ ਦੇ ਨਾਲ ਤਰ ਜਾਈਦਾ ਹੈ। ਸਤਿਗੁਰੂ ਜੀ ਕਹਿੰਦੇ ਗੁਰ ਪ੍ਰਸਾਦ, ਐਸੇ ਇੱਕ ਓੰਕਾਰ ਵਾਹਿਗੁਰੂ ਦੀ ਜਿਹੜੀ ਪ੍ਰਾਪਤੀ ਹੈ ਉਹ ਗੁਰ ਪ੍ਰਸਾਦ ਕਹੀਏ ਕਿ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੀ ਹੈ। ਆਸਾ ਮਹੱਲਾ ਪਹਿਲਾ। ਆਸਾ ਰਾਗ ਦੇ ਅੰਦਰ ਸਤਿਗੁਰਾਂ ਨੇ ਇਹ ਪਾਵਨ ਜਿਹੜੀ ਵਾਰ ਹੈ, ਆਸਾ ਜੀ ਦੀ ਵਾਰ, ਇਹ ਵਰਣਨ ਕੀਤੀ ਹੈ। ਆਸਾ ਇੱਕ ਰਾਗਣੀ ਮੰਨੀ ਜਾਂਦੀ ਹੈ। ਇਹ ਮੇਘ ਰਾਗ ਦੇ ਘਰੋਂ ਹੈ, ਕਿਉਂਕਿ ਜਿਹੜੇ ਟੋਟਲ ਰਾਗ ਹਨ, ਖਸ਼ਟ ਰਾਗ ਵਨਗਾਏ, ਸੰਗ ਰਾਗਨੀ 30, ਸਭੈ ਪੁੱਤਰ ਰਾਗਨ ਕੇ 18 ਹੈ 10 20। ਜਿਹੜੇ ਪੂਰੇ ਰਾਗ ਹਨ ਉਹ 84 ਮੰਨੇ ਨੇ। 6 ਵੱਡੇ ਰਾਗ ਨੇ, 30 ਰਾਗਣੀਆਂ ਨੇ, 48 ਇਹਨਾਂ ਦੇ ਪੁੱਤਰ ਨੇ ਗਾ। ਇਸ ਪ੍ਰਕਾਰ ਇਹ 84 ਰਾਗ ਨੇ ਤੇ ਆਸਾ ਜਿਹੜੀ ਹੈ ਇਹ ਰਾਗਣੀ ਹੈ। ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਇੱਕ ਕਲਾ ਵਰਤਦੀ ਹੈ।
ਨਾਰੀ ਤੇਜੋ ਪੁਰਖ ਕਰਾਵੈ, ਪੁਰਖਣ ਤੇਜੋ ਨਾਰੀ। ਸਤਿਗੁਰੂ ਜੀ ਇੰਨੇ ਬਲੀ ਹਨ ਕਿ ਔਰਤ ਤੋਂ ਮਰਦ ਦਾ ਸਰੂਪ ਤਿਆਰ ਕਰ ਸਕਦੇ ਹਨ ਤੇ ਮਰਦ ਨੂੰ ਔਰਤ ਬਣਾ ਸਕਦੇ ਹਨ। ਐਸੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਆਸਾ ਰਾਗਣੀ ਹੈ, ਇਸ ਨੂੰ ਗੁਰਬਾਣੀ ਦੇ ਅੰਦਰ ਰਾਗ ਦਾ ਦਰਜਾ ਹੈ। ਮਹੱਲਾ ਪਹਿਲਾ। ਪਹਿਲੇ ਮਹੱਲੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨਿਰੰਕਾਰ ਪ੍ਰਮਾਣ ਕਰਦੇ ਹਨ ਆਸਾ ਰਾਗ ਦੇ ਅੰਦਰ। ਵਾਰ ਸਲੋਕਾਂ ਨਾਲ ਸਤਿਗੁਰੂ ਜੀ ਪ੍ਰਮਾਣ ਕਰਦੇ ਹਨ ਵਾਰ ਸਲੋਕਾਂ ਨਾਲ। ਜਿਹੜੀ ਇਹ ਵਾਰ ਹੈ ਇਹ ਸਲੋਕਾਂ ਦੇ ਸਮੇਤ ਹੈ। ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ। ਜਿਹੜੇ ਉਹ ਸਲੋਕ ਹਨ ਉਹ ਮਹੱਲੇ ਪਹਿਲੇ ਭਾਵ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਿਰੰਕਾਰ ਜੀ ਦੇ ਲਿਖੇ ਹੋਏ ਹਨ। ਜਿੰਨੀਆਂ ਵੀ ਇਸ ਵਾਰ ਦੇ ਵਿੱਚ ਪੌੜੀਆਂ ਨੇ ਉਹ ਸਾਰੀਆਂ ਹੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਜੀ ਦੀਆਂ ਹਨ। ਬਾਕੀ ਗੁਰਬਾਣੀ ਦੂਸਰੇ ਪਾਤਸ਼ਾਹ ਦੂਸਰੇ ਗੁਰੂ ਨਾਨਕ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵੀ ਹੈ। ਪਰ ਜਿੰਨੀਆਂ ਪੌੜੀਆਂ ਹਨ ਇਹ ਸੱਚੇ ਪਾਤਸ਼ਾਹ ਪਹਿਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਹਨ। ਟੁੰਡੇ ਅਸ ਰਾਜੈ ਕੀ ਧੁਨੀ। ਇਹ ਜਿਹੜੀ ਸੰਗਤ ਦੀ ਧੁਨੀ ਹੈ ਨਾ, ਟੁੰਡੇ ਅਸ ਰਾਜੈ ਕੀ ਧੁਨੀ, ਇਹ ਛੇਵੇਂ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੇ ਹੁਕਮ ਦੇ ਨਾਲ ਇਹ ਜਿਹੜੀ ਧੁਨੀ ਸੀ ਇਹ ਉਚਾਰਨ ਕੀਤੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਟੋਟਲ ਜਿਹੜੀਆਂ 22 ਵਾਰਾਂ ਆਉਂਦੀਆਂ ਨੇ, 22 ਵਾਰਾਂ ਦੇ ਵਿੱਚ 9 ਵਾਰਾਂ ਦੇ ਵਿੱਚ ਸਤਿਗੁਰਾਂ ਨੇ ਇਹ ਧੁਨੀਆਂ ਉਚਾਰਨ ਕੀਤੀਆਂ ਨੇ। ਇਹ ਜਿਹੜੀ ਆਸਾ ਜੀ ਕੀ ਵਾਰ ਕੇ ਵਿੱਚ ਟੁੰਡੇ ਅਸ ਰਾਜੇ ਕੀ ਧੁਨੀ ਉਚਾਰੀ ਹੈ ਇਹ ਤੀਸਰੀ ਰਾਗ ਮੰਨੀ ਹੈ ਵਾਰ। ਇਸ ਕਰਕੇ ਪੰਜਵੇਂ ਪਾਤਸ਼ਾਹ ਨੇ ਹੁਕਮ ਕੀਤਾ ਸੀ ਕਿ ਤੁਸੀਂ ਇਹਨਾਂ ਵਾਰਾਂ ਦੇ ਉੱਤੇ ਧੁਨੀਆਂ ਚੜਾਓ। ਜਿਸ ਪ੍ਰਕਾਰ ਢਾਡੀ ਜਸ ਗਾਉਂਦੇ ਨੇ ਯੋਧਿਆਂ ਦਾ, ਇਸ ਪ੍ਰਕਾਰ ਤੁਸੀਂ ਵੀ ਇਹਨਾਂ ਦੇ ਉੱਤੇ ਵਾਰਾਂ ਚੜਾਓ। ਜਿਸ ਕਰਕੇ ਰਾਗੀ ਸਿੰਘ ਜਿਹੜੇ ਹਨ ਉਹ ਇਹਨਾਂ ਦਾ ਗਾਇਨ ਕਰਿਆ ਕਰਨ ਇਹਨਾਂ ਦੀ ਧੁਨੀ ਦੇ ਅਨੁਸਾਰ। ਜਿਹੜਾ ਸੰਗਤ ਜੀ ਆਸ ਰਾਜਾ ਹੈ ਨਾ ਇਹਦੀ ਵਿਆਖਿਆ ਜਿਹੜੀ ਹੈ ਦੀ ਸਾਖੀ ਆਉਂਦੀ ਹੈ ਬੜੀ ਜ਼ਿਆਦਾ ਲੰਬੇਰੀ ਹੈ, ਬਹੁਤ ਹੀ ਜ਼ਿਆਦਾ ਲੰਬੇਰੀ ਸਾਖੀ ਹੈ ਇਸ ਦੀ ਕਿ ਚਲੋ ਸੂਖਮ ਰੂਪ ਦੇ ਵਿੱਚ ਆਪਾਂ ਵਿਚਾਰ ਕਰ ਲੈਂਦੇ ਹਾਂ ਕਿ ਇੱਕ ਰਾਜੇ ਦੇ 3 ਪੁੱਤਰ ਸਨ। ਇੱਕ ਦਾ ਨਾਮ ਸੁਲਤਾਨ ਖਾਨ ਤੇ ਤੀਸਰੇ ਦਾ ਨਾਮ ਸੀ ਆਸ ਰਾਜਾ। ਇਹ 3 ਜਿਹੜੇ ਪੁੱਤਰ ਸਨ ਇੱਕ ਰਾਜੇ ਦੇ। ਇੱਕ ਦਾ ਨਾਮ ਸੁਲਤਾਨ ਸੀ, ਦੂਸਰੇ ਦਾ ਖਾਨ ਤੇ ਤੀਸਰੇ ਦਾ ਨਾਮ ਆਸ ਰਾਜਾ ਸੀ। ਤੇ ਰਾਜੇ ਨੇ ਸੋਚਿਆ ਕਿ ਮੇਰੀ ਜਿਹੜੀ ਅਵਸਥਾ ਹੈ ਉਹ ਸਰੀਰ ਦੀ ਬਿਰਧ ਹੋਈ ਜਾ ਰਹੀ ਹੈ, ਸਰੀਰ ਦੇ ਕੋਲ ਇੰਨਾ ਬਲ ਨਹੀਂ ਰਿਹਾ ਕਿ ਹੁਣ ਰਾਜ ਪਦਵੀ ਨੂੰ ਜ਼ਿਆਦਾ ਚਿਰ ਚਲਾ ਸਕੇ। ਉਹ ਸੋਚੀ ਪੈ ਗਿਆ, ਰਾਜ ਦਰਬਾਰੀਆਂ ਦੇ ਨਾਲ ਸਲਾਹ ਕੀਤੀ ਕਿ ਮੇਰੇ ਪੁੱਤਰਾਂ ਦੇ ਵਿੱਚੋਂ ਕਿਹੜਾ ਪੁੱਤਰ ਜਿਹੜਾ ਲਾਇਕ ਨਿਕਲੇਗਾ ਤੇ ਉਹ ਜਿਹੜਾ ਹੈ ਚੱਕਰਵਰਤੀ ਪਾਤਸ਼ਾਹ ਕਿਵੇਂ ਬਣੇਗਾ। ਪੰਡਤਾਂ ਨੇ ਆਪਦੇ ਟੇਵੇ ਲਾਏ, ਸਲਾਹ ਮਸ਼ਵਰਾ ਕੀਤਾ ਕਿ ਇਹ ਆਸ ਰਾਜੇ ਨੂੰ ਗੱਲਬਾਤ ਜਿਹੜੀ ਬਣ ਆਉਂਦੀ ਹੈ ਰਾਜ ਦਰਬਾਰ ਦੀ। ਉਹਨਾਂ ਨੇ ਹੁਕਮ ਕੀਤਾ ਕਿ ਇਸ ਨੂੰ 24 ਸਾਲ ਜਿਹੜੀ ਭਗਤੀ ਕਰਨ ਦੇ ਵਿੱਚ ਲਾਓ, ਕਿਸੇ ਦੇ ਮੱਥੇ ਨਾ ਲੱਗੇ, 24 ਸਾਲ ਵਿਦਿਆ ਨੂੰ ਪੜ੍ਹੇ, ਸ਼ਸਤਰ ਵਿਦਿਆ ਨੂੰ ਗ੍ਰਹਿਣ ਕਰੇ। ਕਿਉਂਕਿ ਛਤਰੀ ਧਰਮ ਸੀ ਭਾਈ, ਸ਼ਸਤਰ ਵਿਦਿਆ ਵੀ ਚਾਹੀਦੀ ਹੈ। ਕਿਉਂਕਿ ਜਿੰਨਾ ਚਿਰ ਸ਼ਸਤਰ ਵਿਦਿਆ ਨਹੀਂ ਉਹਨਾਂ ਚਿਰ ਰਾਜ ਭਾਗ ਵੀ ਨਹੀਂ। ਸ਼ਸਤਰਨ ਕੇ ਅਧੀਨ ਹੈ ਰਾਜ, ਕਿਉਂਕਿ ਜਿਹੜਾ ਇਹ ਰਾਜ ਹੈ ਨਾ ਇਹ ਤੇ ਸ਼ਸਤਰਾਂ ਦੇ ਅਧੀਨ ਹੈ। ਸ਼ਸਤਰਾਂ ਤੋਂ ਬਗੈਰ ਕਿਸੇ ਕੋ ਰਾਜ ਨਹੀਂ ਲਿਆ ਜਾਂਦਾ। ਸਾਰੇ ਮੁਲਕਾਂ ਦੇ ਬਾਰਡਰਾਂ ਦੇ ਉੱਤੇ ਸ਼ਸਤਰ ਲੈ ਕੇ ਖਲੋਤੇ ਹਨ, ਬੰਦੂਕਾਂ ਤਾਣ ਕੇ ਖਲੋਤੇ ਹਨ ਕਿ ਕਿਸੇ ਪਾਸਿਓਂ ਕੋਈ ਹਮਲਾ ਨਾ ਹੋ ਜਾਵੇ। ਕਿਉਂਕਿ ਸ਼ਸਤਰਨ ਕੇ ਅਧੀਨ ਹੈ ਰਾਜ। ਜਿਹੜਾ ਰਾਜ ਇਹ ਸ਼ਸਤਰਾਂ ਦੇ ਅਧੀਨ ਮੰਨਿਆ ਜਾਂਦਾ ਹੈ। ਇਸ ਕਰਕੇ ਉਹਨੇ ਸਾਰੀ 24 ਸਾਲਾਂ ਦੇ ਵਿੱਚ ਸ਼ਸਤਰ ਵਿਦਿਆ ਗ੍ਰਹਿਣ ਕਰ ਲਈ। ਉਸ ਤੋਂ ਬਾਅਦ ਜਦੋਂ ਉਹ ਰਾਜ ਦਰਬਾਰ ਦੇ ਵਿੱਚ ਫਿਰ 24 ਸਾਲਾਂ ਦੇ ਬਾਅਦ ਆਇਆ ਨਾ, ਬੜਾ ਸੁੰਦਰ ਸਰੂਪ ਹੈ ਉਸਦਾ। ਸਾਰੀ ਪ੍ਰਜਾ ਨੂੰ ਬੜੀ ਖੁਸ਼ੀ ਹੈ ਕਿ ਨਵੇਂ ਰਾਜੇ ਨੂੰ ਹੁਣ ਰਾਜ ਗੱਦੀ ਮਿਲਣੀ ਹੈ, ਰਾਜਪੁੱਤਰ ਨੂੰ, ਰਾਜਕੁਮਾਰ ਨੂੰ। ਸਾਰੀ ਪ੍ਰਜਾ ਵੇਖਣ ਆਈ ਹੈ। ਜਦੋਂ ਰਾਜਾ ਆਇਆ ਸਾਰਿਆਂ ਨੇ ਫੁੱਲਾਂ ਦੀ ਵਰਖਾ ਕੀਤੀ, ਸਾਰਿਆਂ ਨੇ ਬੜਾ ਚਾਅ ਮਨਾਇਆ। ਜਦੋਂ
ਯੁਵਰਾਜ ਨੇ ਅਸ ਰਾਜੇ ਨੇ ਰਾਜੇ ਨੂੰ ਨਮਸਕਾਰ ਕੀਤੀ ਨਾ, ਤੇ ਰਾਜੇ ਨੇ ਕਿਹਾ ਕਿ ਹੁਣ ਆਪਣੀਆਂ ਮਾਤਾਵਾਂ ਨੂੰ ਵੀ ਨਮਸਕਾਰ ਕਰਿਆ ਜਾਏ। ਜਦੋਂ ਉਹ ਮਾਤਾਵਾਂ ਨੂੰ ਨਮਸਕਾਰ ਕਰਨ ਗਿਆ, ਸਾਰੀਆਂ ਮਾਤਾਵਾਂ ਨੂੰ ਨਮਸਕਾਰ ਕਰ ਦਿੱਤੀ। ਇੱਕ ਜਿਹੜੀ ਮਾਤਾ ਸੀ ਉਹਦੀ ਉਮਰ ਅਜੇ ਛੋਟੀ ਸੀ, ਥੋੜ੍ਹੀ ਉਮਰ ਸੀ, ਤੇ ਮੱਤ ਬੜੀ ਚੰਚਲ ਸੀ ਉਸ ਰਾਣੀ ਦੀ। ਰਾਜੇ ਦਾ ਸੁੰਦਰ ਸਰੂਪ ਵੇਖ ਕੇ ਕਹਿਣ ਲੱਗੀ ਕਿ ਮੈਂ ਤੇ ਵਿਆਹ ਤੇਰੇ ਨਾਲ ਕਰਾਉਣਾ ਹੈ, ਗ੍ਰਸਤੀ ਜੀਵਨ ਤੇਰੇ ਨਾਲ ਨਿਭਾਉਣਾ ਹੈ। ਉਹ ਜਿਹੜਾ ਅਸ ਰਾਜਾ ਸੀ ਉਹ ਕਹਿਣ ਲੱਗਾ ਕਿ ਤੂੰ ਮੇਰੀ ਮਾਂ ਦੇ ਸਮਾਨ ਹੈ, ਮੇਰੇ ਪਿਤਾ ਨੇ ਤੇਰੇ ਨਾਲ ਵਿਆਹ ਕਰਵਾਇਆ, ਮੈਂ ਤੈਨੂੰ ਆਪਣੀ ਮਾਂ ਸਮਝਦਾ। ਉਸਨੇ ਅਸ ਰਾਜੇ ਦੇ ਨਾਲ ਚਰਿੱਤਰ ਖੇਡਣਾ ਚਾਹਿਆ ਕਿ ਜੇ ਤੂੰ ਮੇਰੇ ਨਾਲ ਨਾ ਵਿਆਹ ਕਰਾਇਆ ਤੇ ਮੈਂ ਤੇਰੀ ਬਦਨਾਮੀ ਕਰ ਦੇਣੀ। ਉਹ ਅਸ ਰਾਜਾ ਭਾਈ ਇੰਨੀ ਵਿਦਿਆ ਪੜ੍ਹੀ ਉਸਨੇ, ਉਹ ਕਹਿਣ ਲੱਗਾ ਕਿ ਕੋਈ ਨਹੀਂ, ਜੋ ਹੋ ਜਾਵੇਗਾ ਵੇਖੇ ਜਾਵੇਗਾ, ਪਰ ਮੈਂ ਆਪਣੇ ਧਰਮ ਤੋਂ ਟਲਣਾ ਨਹੀਂ। ਉਹ ਚਲਾ ਗਿਆ। ਜਦੋਂ ਥੋੜ੍ਹੇ ਸਮੇਂ ਬਾਅਦ ਰਾਜਾ ਰਾਣੀ ਦੇ ਕੋਲ ਆਇਆ ਨਾ, ਰਾਣੀ ਨੇ ਬੜਾ ਆਪਣਾ ਬੁਰਾ ਲਿਬਾਸ ਬਣਾਇਆ ਹੈ, ਸਿਰ ਦੇ ਜਿਹੜੇ ਵਾਲ ਹਨ ਸਾਰੇ ਖਿਲਾਰੇ ਹਨ, ਕੱਪੜੇ ਆਪਦੇ ਪਾੜੇ ਹਨ, ਬੜਾ ਬੁਰਾ ਲਿਬਾਸ ਬਣਾਇਆ ਹੈ। ਜਦੋਂ ਰਾਜਨ ਨੇ ਪੁੱਛਿਆ ਕਿ ਰਾਣੀ ਇਹ ਕੀ ਗੱਲ ਹੋਈ, ਉਸਨੇ ਰਾਜਨ ਦੇ ਉੱਤੇ, ਰਾਜਕੁਮਾਰ ਦੇ ਉੱਤੇ, ਅਸ ਰਾਜੇ ਦੇ ਉੱਤੇ ਝੂਠਾ ਨਾਮ ਲਾ ਦਿੱਤਾ ਕਿ ਜਿਹੜੇ ਪੁੱਤਰ ਨੂੰ ਤੂੰ ਭਗਤੀ ਕਰਨ ਭੇਜਿਆ, ਜਿਹਦੀ ਸਾਰੇ ਪਾਸੇ ਜੈ ਜੈਕਾਰ ਹੋ ਰਹੀ ਹੈ, ਉਸਨੇ ਮੇਰੇ ਦੇ ਨਾਲ ਕੁਕਰਮ ਕਰਨਾ ਚਾਹਿਆ ਹੈ, ਉਹ ਤੇਰਾ ਕੋਈ ਲਾਇਕ ਪੁੱਤਰ ਨਹੀਂ ਹੈ। ਉਸਨੇ ਚਰਿੱਤਰ ਖੇਡਿਆ ਰਾਜੇ ਦੇ ਨਾਲ। ਸਭ ਤੋਂ ਛੋਟੀ ਰਾਣੀ ਸੀ, ਰਾਜਾ ਵੀ ਉਸ ਦੇ ਅਧੀਨ ਸੀ। ਜਦੋਂ ਰਾਜੇ ਨੇ ਵੇਖਿਆ ਕਿ ਅਸ ਰਾਜੇ ਨੇ ਬਹੁਤ ਗਲਤ ਕੀਤਾ ਹੈ ਰਾਜਕੁਮਾਰ ਨੇ, ਇਸ ਨੂੰ ਸਜ਼ਾ ਤੇ ਮਿਲਣੀ ਚਾਹੀਦੀ ਹੈ, ਉਹ ਰਾਣੀ ਨੂੰ ਪੁੱਛਣ ਲੱਗਾ ਕਿ ਇਹਨੂੰ ਸਜ਼ਾ ਕੀ ਦਈਏ, ਫਿਰ ਜੇ ਇਸ ਨੇ ਕੋਈ ਕੁਕਰਮ ਕੀਤਾ ਹੈ ਤੇ ਇਸ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ। ਉਹ ਰਾਣੀ ਕਹਿਣ ਲੱਗੀ ਕਿ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਤਾਂ ਵੀ ਭਾਈ ਰਾਜੇ ਦਾ ਪੁੱਤਰ ਸੀ, ਰਾਜੇ ਦੇ ਹਿਰਦੇ ਦੇ ਵਿੱਚ ਮੋਹ ਜਾਗਦਾ ਸੀ ਉਸ ਪ੍ਰਤੀ, ਕਿਉਂਕਿ 24 ਸਾਲ ਉਸਨੂੰ ਬੜੀ ਮਿਹਨਤ ਦੇ ਨਾਲ ਸ਼ਸਤਰ ਵਿੱਦਿਆ ਪੜ੍ਹਾਈ, ਬੜਾ ਉਸਨੂੰ ਧਾਰਮਿਕ ਗ੍ਰੰਥਾਂ ਦਾ ਗਿਆਨ ਕਰਵਾਇਆ। ਇੱਕ ਪਾਸੇ ਪੁੱਤਰ ਦਾ ਮੋਹ ਸੀ, ਇੱਕ ਪਾਸੇ ਰਾਜਕੁਮਾਰੀ ਦਾ, ਰਾਣੀ ਦਾ ਪ੍ਰੇਮ ਸੀ। ਉਸਨੇ ਕੀ ਹੁਕਮ ਦਿੱਤਾ ਕਿ ਇਸ ਦੇ ਦੋਵੇਂ ਹੱਥ ਵੱਢ ਕੇ ਨਾ ਇਸ ਨੂੰ ਰਾਜ ਦਰਬਾਰ ਤੋਂ ਨਿਕਾਲਾ ਦੇ ਦਿਓ, ਬਾਹਰ ਕੱਢ ਦਿਓ। ਇਹ ਜਿਹੜਾ ਹੁਕਮ ਸੀ ਉਹਨੇ ਆਪਣੇ ਪੁੱਤਰਾਂ ਨੂੰ ਕਹਿ ਦਿੱਤਾ, ਜਿਹੜੇ ਦੋ ਹੋਰ ਪੁੱਤਰ ਸਨ ਸੁਲਤਾਨ ਤੇ ਖਾਨ, ਇਹਨਾਂ ਨੂੰ ਕਹਿ ਦਿੱਤਾ ਕਿ ਇਹਨੂੰ ਰਾਜ ਦਰਬਾਰ ਚੋਂ ਬਾਹਰ ਕੱਢ ਦਿਓ, ਇਹ ਰਾਜ ਦੇ ਵਿੱਚ ਦਿਸਣਾ ਹੀ ਨਹੀਂ ਚਾਹੀਦਾ ਕਿਸੇ ਵੀ ਇਲਾਕੇ ਦੇ ਵਿੱਚ, ਜਿੱਥੋਂ ਤੱਕ ਸਾਡਾ ਰਾਜ ਹੈ। ਉਹ ਰਾਜੇ ਨੇ ਤੇ ਪਹਿਲੋਂ ਤੇ ਇੱਕ ਹੱਥ ਵੱਢਣ ਨੂੰ ਕਿਹਾ ਸੀ ਉਹਦਾ ਕਿ ਅਸ ਰਾਜੇ ਦਾ ਸੱਜਾ ਹੱਥ ਵੱਢ ਦਿਓ ਕਿ ਜਿਹਦੇ ਨਾਲ ਇਹ ਫਿਰ ਰਾਜ ਨਾ ਕਰ ਸਕੇ। ਉਹਨਾਂ ਡਰਦਿਆਂ ਮਾਰਿਆਂ ਨੇ ਦੋਵੇਂ ਹੱਥ ਵੱਢ ਦਿੱਤੇ ਕਿ ਹੈ ਤੇ ਸਾਡਾ ਭਰਾ ਹੀ, ਕੱਲ੍ਹ ਨੂੰ ਸ਼ਰੀਕ ਬਣ ਕੇ ਫਿਰ ਆ ਗਿਆ, ਫਿਰ ਸਾਨੂੰ ਨੁਕਸਾਨ ਪਹੁੰਚਾਵੇਗਾ। ਉਹਨਾਂ ਡਰਦਿਆਂ ਮਾਰਿਆਂ ਨੇ ਦੋਵੇਂ ਹੱਥ ਵੱਢ ਦਿੱਤੇ ਉਸਦੇ, ਤੇ ਖੂਹ ਦੇ ਵਿੱਚ ਸਿੱਟ ਦਿੱਤਾ। 1-2 ਦਿਨ ਭਾਈ ਉੱਥੇ ਖੂਹ ਦੇ ਵਿੱਚ ਹੀ ਪਿਆ ਰਿਹਾ ਉਹ। ਤੇ ਜਦੋਂ ਰਾਸਤੇ ਦੇ ਵਿੱਚੋਂ ਲੋਕ ਲੰਘੇ ਨਾ, ਇੱਕ ਰਾਸਤੇ ਦੇ ਵਿੱਚੋਂ ਵਣਜਾਰਿਆਂ ਦਾ ਟੋਲਾ ਵੀ ਲੰਘਿਆ। ਉਹਨਾਂ ਨੂੰ ਪਿਆਸ ਲੱਗੀ ਗਰਮੀ ਦੇ ਕਾਰਨ, ਜਦੋਂ ਖੂਹ ਦੇ ਵਿੱਚ ਉਹਨਾਂ ਨੇ ਕੋਈ ਡੋਲ ਸੁੱਟਿਆ, ਭਾਂਡਾ ਸੁੱਟਿਆ ਕੋਈ ਪਾਣੀ ਪੀਣ ਦੇ ਵਾਸਤੇ। ਉਹ ਭਾਂਡਾ ਜਿਹੜਾ ਸੀ ਉਹ ਟੁੰਡੇ ਰਾਜੇ ਨੇ ਫੜ ਲਿਆ, ਕਿਉਂਕਿ ਹੱਥ ਉਹਦੇ ਵੱਢ ਦਿੱਤੇ ਸਨ, ਟੁੰਡਾ ਹੋ ਗਿਆ ਸੀ। ਉਹ ਜਿਹੜਾ ਅਸ ਰਾਜਾ ਟੁੰਡਾ ਸੀ ਨਾ, ਉਸਨੇ ਉਹ ਭਾਂਡੇ ਨੂੰ ਫੜ ਲਿਆ, ਹੱਥਾਂ ਆਪਣੀ ਜਿਹੜੀਆਂ ਬਾਹਾਂ ਸਨ ਉਹ ਭਾਂਡੇ ਦੇ ਵਿੱਚ ਪਾ ਲਈਆਂ। ਜਦੋਂ ਉਹਨਾਂ ਨੇ ਵੇਖਿਆ ਵਣਜਾਰਿਆਂ ਨੇ ਕਿ ਇਹ ਤੇ ਕੋਈ ਬੜਾ ਸੁੰਦਰ ਨੌਜਵਾਨ ਹੈ, ਪਰ ਖੂਹ ਦੇ ਵਿੱਚ ਕਿਵੇਂ ਡਿੱਗ ਪਿਆ, ਉਹਨਾਂ ਦੇ ਹਿਰਦੇ ਦੇ ਵਿੱਚ ਦਇਆ ਆਈ ਤੇ ਬਾਹਰ ਕੱਢਿਆ ਉਸ ਨੂੰ ਖੂਹ ਤੋਂ, ਆਪਣੇ ਟੋਲੇ ਦੇ ਨਾਲ ਹੀ ਰਲਾ ਲਿਆ ਉਸ ਰਾਜੇ ਨੇ। ਗਾਂਹ ਤੁਰੇ ਜਾ ਰਹੇ ਨੇ। ਜਦੋਂ ਇੱਕ ਧੋਬੀ ਘਾਟ ਤੇ ਪਹੁੰਚੀ ਅਗਲੇ ਰਾਜ ਦੇ ਅੰਦਰ, ਉੱਥੇ ਜਦੋਂ ਧੋਬੀ ਨੇ ਅਸ ਰਾਜੇ ਨੂੰ ਵੇਖਿਆ ਨਾ, ਉਹਨੂੰ ਬੜਾ ਇਸ ਰਾਜੇ ਦੇ ਨਾਲ, ਰਾਜਕੁਮਾਰ ਦੇ ਨਾਲ ਪ੍ਰੇਮ ਜਾਗਿਆ ਕਿ ਇਹ ਤੇ ਮੇਰਾ ਪੁੱਤਰ ਹੋਣਾ ਚਾਹੀਦਾ ਹੈ। ਉਹਨੇ ਵਣਜਾਰਿਆਂ ਨੂੰ ਕਿਹਾ ਕਿ ਤੁਸੀਂ ਕਿਰਪਾ ਕਰਕੇ ਇਹ ਮੈਨੂੰ ਦੇ ਜਾਓ, ਇਹ ਬਹੁਤ ਸੁੰਦਰ ਨੌਜਵਾਨ ਹੈ, ਮੈਂ ਇਹਨੂੰ ਪੁੱਤਰ ਬਣਾ ਕੇ ਪਾਲਾਂਗਾ। ਉਹਨਾਂ ਨੇ ਕਿਹਾ ਕਿ ਵੇਖ ਲਓ ਇਹਦੇ ਹੱਥ ਨਹੀਂ, ਇਹ ਟੁੰਡਾ ਹੈ, ਤੁਹਾਡੇ ਕਿਸੇ ਕੰਮ ਨਹੀਂ ਆਵੇਗਾ, ਕਿਉਂਕਿ ਜ਼ਿਆਦਾ ਕਾਰ ਵਿਹਾਰ ਸੰਤਰੀ ਹੱਥਾਂ ਦੇ ਨਾਲ ਕਰੀਦੇ ਨੇ, ਜਦੋਂ ਹੱਥ ਹੀ ਨਾ ਹੋਣ।
ਉਹ ਜਿਹੜਾ ਧੋਬੀ ਸੀ ਉਹ ਮੰਨ ਗਿਆ, ਕਹਿਣ ਲੱਗਾ ਕਿ ਕੋਈ ਨਹੀਂ, ਮੈਂ ਇਸਨੂੰ ਪੁੱਤਰ ਬਣਾ ਕੇ ਰੱਖਾਂਗਾ। ਉਹਨਾਂ ਵਣਜਾਰਿਆਂ ਨੇ ਆਸ ਰਾਜੇ ਨੂੰ ਉਸ ਧੋਬੀ ਦੇ ਕੋਲ ਵੇਚ ਦਿੱਤਾ ਤੇ ਉਹ ਜਿਹੜਾ ਧੋਬੀ ਸੀ ਉਹਨੇ ਆਪਣੇ ਪੁੱਤਰ ਬਣਾ ਕੇ ਪਾਲਿਆ ਤੇ ਆਸ ਰਾਜਾ ਜਿਹੜਾ ਸੀ ਉਹ ਵੀ ਆਪਣੇ ਧੋਬੀ ਨੂੰ ਧਰਮ ਪਿਤਾ ਸਮਝ ਕੇ ਪ੍ਰੇਮ ਕਰਨ ਲੱਗਾ, ਪਿਆਰ ਕਰਨ ਲੱਗਾ। ਜਿਹੜੇ ਰਾਜ ਦਰਬਾਰ ਦੇ ਅੰਦਰ ਧੋਬੀ ਜਾਂਦਾ ਸੀ, ਕੱਪੜੇ ਧੋਂਦਾ ਸੀ, ਉਹ ਰਾਜ ਦਰਬਾਰ ਦੇ ਅੰਦਰ ਇਹ ਜਿਹੜਾ ਟੁੰਡਾ ਰਾਜਾ ਸੀ ਇਹ ਵੀ ਜਾਣ ਲੱਗ ਪਿਆ। ਇਹ ਰਾਜਕੁਮਾਰ ਵੀ ਉੱਥੇ ਹੀ ਕੰਮ ਕਰਨ ਲੱਗ ਪਿਆ ਤੇ ਜਿਹੜਾ ਉੱਥੋਂ ਦਾ ਰਾਜਾ ਸੀ ਉਹ ਕਿਸੇ ਬਿਮਾਰੀ ਦੇ ਕਾਰਨ ਮਰ ਗਿਆ, ਉਹਦੀ ਮੌਤ ਹੋ ਗਈ। ਤੇ ਜਿਹੜੇ ਮੰਤਰੀ ਸਨ ਉਹ ਰਾਜ ਦੇ ਵਿੱਚ ਰਾਜ ਨਹੀਂ ਕਰ ਸਕਦੇ ਸਨ, ਕਿਉਂਕਿ ਇਹ ਹਦਾਇਤ ਕੀਤੀ ਸੀ ਪ੍ਰਜਾ ਵੱਲੋਂ ਕਿ ਜਿਹੜਾ ਮੰਤਰੀ ਹੈ ਉਹ ਮੰਤਰੀ ਰਹੇਗਾ, ਰਾਜ ਨਹੀਂ ਕਰ ਸਕਦਾ। ਤੇ ਜਦੋਂ ਕੋਈ ਸ਼ਰਤਾਂ ਰੱਖੀਆਂ, ਪੰਡਤਾਂ ਵੱਲੋਂ ਟੇਵੇ ਲਾਏ ਗਏ, ਕੋਈ ਜੋਤਿਸ਼ ਵਿੱਦਿਆ ਚੱਲੀ, ਉਹਨਾਂ ਨੇ ਕਿਹਾ ਕਿ ਰਾਜ ਤੇ ਕਰ ਸਕਦਾ ਹੈ ਕੋਈ, ਇਹ ਹੈ ਕਿ ਜੇ ਸੰਧਿਆ ਦੇ ਵੇਲੇ ਜਾਂ ਅੰਮ੍ਰਿਤ ਵੇਲੇ ਦਰਬਾਰ ਦੇ ਦਰਵਾਜ਼ੇ ਖੁੱਲ੍ਹਣ ਤੋਂ ਪਹਿਲਾਂ ਕੋਈ ਆਵੇ ਤੇ ਬੂਹੇ ਨੂੰ ਹੱਥ ਲਾਵੇ ਤੇ ਰਾਜ ਦਰਬਾਰ ਦੇ ਬੂਹੇ ਖੁੱਲ੍ਹ ਜਾਣ। ਜੇ ਕੋਈ ਐਸਾ ਬਲੀ ਹੋਵੇ ਨਾ ਫਿਰ ਉਸ ਨੂੰ ਰਾਜ ਦੇ ਸਕਦੇ ਹਨ। ਉਹ ਜਿਹੜਾ ਧੋਬੀ ਦੇ ਕੋਲ ਆਸ ਰਾਜਾ ਸੀ, ਆਪਣਾ ਧਰਮੀ ਪਿਤਾ ਸਮਝ ਕੇ ਸੇਵਾ ਕਰਦਾ ਸੀ ਰਾਜੇ ਦੀ, ਉਹ ਇੱਕ ਦਿਨ ਰਾਜ ਦਰਬਾਰ ਦੇ ਅੰਦਰ ਗਿਆ ਕੱਪੜੇ ਲੈਣ। ਜਦੋਂ ਉਸਨੇ ਦਰਵਾਜ਼ੇ ਨੂੰ ਹੱਥ ਲਾਇਆ ਤੇ ਐਟੋਮੈਟਿਕ ਹੀ ਕਹਿੰਦੇ ਹਨ ਕਿ ਦਰਵਾਜ਼ੇ ਜਿਹੜੇ ਨੇ ਖੁੱਲ੍ਹ ਗਏ, ਕਿਉਂਕਿ ਜਿਹੜਾ ਇਹ ਭਗਤੀ ਮਾਰਗ ਹੈ ਨਾ, ਜਿਹੜਾ ਸੱਚੇ ਬੰਦੇ ਦਾ ਮਾਰਗ ਹੈ, ਉਹ ਇਸ ਪ੍ਰਕਾਰ ਹੀ ਹੈ। ਕਿਉਂਕਿ ਧੰਨੇ ਭਗਤ ਜੀ ਨੇ ਵੀ ਪੱਥਰ ਦੇ ਵਿੱਚੋਂ ਰੱਬ ਪਾਇਆ ਸੀ, ਗੋਪਾਲ ਨੂੰ ਪੱਥਰ ਦੇ ਵਿੱਚੋਂ ਹੀ ਪ੍ਰਗਟ ਕੀਤਾ ਸੀ ਭਗਤ ਧੰਨਾ ਜੀ। ਇਸ ਕਰਕੇ ਰੱਬ ਤੇ ਭਾਈ ਜਦੋਂ ਭਾਵਨਾ ਦੇ ਨਾਲ ਪ੍ਰਗਟ ਹੋ ਜਾਵੇ ਉਦੋਂ ਹੋ ਹੀ ਜਾਂਦਾ। ਉਹਦੇ ਅੰਦਰ ਛਤਰੀ ਧਰਮ ਦੀ ਭਾਵਨਾ ਸੀ। ਜਦੋਂ ਉਸਨੇ ਦਰਵਾਜ਼ਿਆਂ ਨੂੰ ਹੱਥ ਲਾਇਆ, ਦਰਵਾਜ਼ੇ ਖੁੱਲ੍ਹ ਗਏ। ਸਾਰੇ ਰਾਜ ਦੇ ਅੰਦਰ ਜੈ ਜੈਕਾਰ ਹੋ ਗਈ ਕਿ ਐਸਾ ਕਿਹੜਾ ਆ ਗਿਆ ਹੈ ਧਰਮੀ ਪੁਰਸ਼, ਜਿਹਦੇ ਹੱਥ ਲਾਉਣ ਦੇ ਨਾਲ ਹੀ ਸਾਰੇ ਦਰਵਾਜ਼ੇ ਖੁੱਲ੍ਹ ਗਏ। ਜਦੋਂ ਵੇਖਿਆ ਉਹ ਤੇ ਆਸ ਰਾਜਕੁਮਾਰ ਸੀ, ਜਿਹੜਾ ਹੱਥੋਂ ਟੁੰਡਾ ਸੀ, ਜਿਹਦੇ ਦੋਵੇਂ ਹੱਥ ਨਹੀਂ ਸਨ। ਜਦੋਂ ਇਹ ਸਾਰਾ ਕੁਝ ਵੇਖਿਆ ਨਾ, ਪਰ ਪੰਡਤਾਂ ਵੱਲੋਂ ਇਹ ਵੀ ਹੁਕਮ ਸੀ ਕਿ ਜਦੋਂ ਹੱਥ ਲੱਗ ਜਾਵੇ ਕਿਸੇ ਦਾ, ਸਪਰਸ਼ ਹੋਣ ਦੇ ਨਾਲ ਬੂਹੇ ਖੁੱਲ੍ਹ ਜਾਣ ਤੇ ਰਾਜ ਭਾਗ ਉਸੇ ਨੂੰ ਮਿਲੇਗਾ। ਬ੍ਰਾਹਮਣਾਂ ਨੂੰ ਜਿਹੜੇ ਰਾਜੇ ਸਨ ਇਹ ਗੁਰੂ ਮੰਨਦੇ ਸਨ। ਗ੍ਰੰਥਾਂ ਦੇ ਵਿੱਚ ਵੀ ਆਉਂਦਾ ਹੈ ਬ੍ਰਾਹਮਣ ਗੁਰੂ ਹੈ ਜਗਤ ਦਾ। ਇਸ ਕਰਕੇ ਇਹ ਰਾਜ ਜਿਹੜੇ ਸਨ ਬ੍ਰਾਹਮਣਾਂ ਨੂੰ ਗੁਰੂ ਮੰਨਦੇ ਸਨ। ਬ੍ਰਾਹਮਣਾਂ ਦਾ ਵਚਨ ਜਿਹੜਾ ਸੀ ਮੰਨਣਾ ਪਿਆ ਸਾਰੇ ਮੰਤਰੀਆਂ ਸੰਤਰੀਆਂ ਨੂੰ। ਇਹ ਆਸ ਰਾਜੇ ਨੂੰ ਰਾਜ ਭਾਗ ਦੇ ਦਿੱਤਾ ਗਿਆ ਤੇ ਇਸ ਪ੍ਰਕਾਰ ਇਹ ਭਾਈ ਜਿਹੜਾ ਹੈ ਬੜਾ ਦਾਨ ਪੁੰਨ ਕਰਨ ਲੱਗਾ, ਕਿਉਂਕਿ ਧਰਮੀ ਸੁਭਾਅ ਸੀ ਇਸ ਦਾ। ਬੜਾ ਦਾਨ ਪੁੰਨ ਇਸਨੇ ਕੀਤਾ, ਆਪਣੇ ਰਾਜ ਦੇ ਅੰਦਰ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੱਤਾ। ਕਹਿੰਦੇ ਹਨ ਕਿ ਇੰਨਾ ਧਰਮੀ ਜ਼ਿਆਦਾ ਹੋ ਗਿਆ, ਵਾਹਿਗੁਰੂ ਨੇ ਕਿਰਪਾ ਕੀਤੀ। ਇਹਨੇ ਜਿਹੜੇ ਹੱਥਾਂ ਦੇ ਹੱਥ ਨਹੀਂ ਸਨ, ਵਾਹਿਗੁਰੂ ਨੇ ਇਹਨਾਂ ਦੇ ਹੱਥ ਦੀ ਦਾਤ ਦੇ ਦਿੱਤੀ, ਦੋਵੇਂ ਹੱਥ ਇਹਦੇ ਪ੍ਰਗਟ ਕਰ ਦਿੱਤੇ। ਜਿਹੜਾ ਟੁੰਡਾ ਸੀ ਉਸ ਤੋਂ ਬਗੈਰ ਹੋ ਗਿਆ ਹੈ, ਪਰ ਨਾਮ ਇਹਦਾ ਆਸ ਰਾਜਾ ਟੁੰਡਾ ਰਾਜਾ ਹੀ ਵੱਜਦਾ ਰਿਹਾ, ਕਿਉਂਕਿ ਬੜਾ ਲੰਬੇਰਾ ਸਮਾਂ ਇਸ ਦੇ ਹੱਥ ਨਹੀਂ ਸਨ। ਜਿਹੜਾ ਨਾਮ ਇੱਕ ਵਾਰੀ ਪ੍ਰਚਲਿਤ ਹੋ ਜਾਵੇ ਉਹੀ ਫਿਰ ਚੱਲਦਾ ਹੈ। ਇਸ ਪ੍ਰਕਾਰ ਇਹ ਜਿਹੜਾ ਇੰਨਾ ਧਰਮੀ ਜਿਹੜਾ ਰਾਜਾ ਹੋਇਆ ਹੈ ਛਤਰੀ ਧਰਮ ਦਾ, ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਐਸੇ ਜਿਹੜੇ ਰਾਜੇ ਦੀ ਜਿਹੜੀ ਵਾਰ ਹੈ ਨਾ, ਉਹਦੀ ਧੁਨੀ ਉਚਾਰਨ ਕਰਨੀ ਚਾਹੀਦੀ ਹੈ। ਕਿਉਂਕਿ ਛੇਵੇਂ ਪਾਤਸ਼ਾਹ ਨੇ ਜਦੋਂ ਨੱਥੇ ਅਬਦੁੱਲੇ ਨੂੰ ਕਿਹਾ ਸੀ ਕਿ ਕਿਸੇ ਦੀ ਵਾਰ ਸੁਣਾਓ, ਕਿਸੇ ਧਰਮੀ ਯੋਧੇ ਦੀ ਵਾਰ ਸੁਣਾਓ, ਫਿਰ ਉਹਨਾਂ ਨੇ ਵੀ ਟੁੰਡੇ ਇਸ ਰਾਜੇ ਦੀ ਧੁਨੀ ਉਚਾਰਨ ਕੀਤੀ ਸੀ। ਇਹ ਹੋਰ ਵੀ ਗਾਂ ਇਹ ਰਾਜੇ ਦਾ ਜੀਵਨ ਹੈ। ਆਪਣੇ ਪਿਤਾ ਦੇ ਨਾਲ ਵਾਰਤਾਲਾਪ ਹੁੰਦੀ ਹੈ, ਆਪਣੇ ਭਰਾਵਾਂ ਦੇ ਨਾਲ ਯੁੱਧ ਹੁੰਦੇ ਹਨ, ਪਰ ਸਮਾਂ ਹੁਣ ਸੰਖੇਪ ਹੈ, ਮਿੰਟ ਸਿਰਫ ਤੇ ਸਿਰਫ 20 ਰਹਿ ਗਏ। ਇਸ ਕਰਕੇ ਇਹ ਬੜਾ ਛਤਰੀ ਰਾਜਾ ਹੋਇਆ ਹੈ, ਧਰਮੀ ਰਾਜਾ ਹੋਇਆ ਹੈ। ਸਤਿਗੁਰੂ ਜੀ ਨੇ ਵੀ ਗੁਰਸਿੱਖਾਂ ਨੂੰ ਫਰਮਾਨ ਕੀਤਾ, ਰਾਗੀ ਸਿੰਘਾਂ ਨੂੰ ਹੁਕਮ ਕੀਤਾ ਕਿ ਇਹ ਜਿਹੜੀ ਵਾਰ ਦੀ ਧੁਨੀ ਹੈ ਇਹ ਟੁੰਡੇ ਇਸ ਰਾਜੇ ਦੀ ਧੁਨੀ ਉਚਾਰਨ ਕਰਨੀ ਹੈ। ਜਿਵੇਂ ਢਾਡੀ ਸਿੰਘ ਗਾਇਨ ਕਰਦੇ ਹਨ, ਇਸ ਪ੍ਰਕਾਰ ਹੀ ਤੁਸੀਂ ਗਾਇਨ ਕਰਨਾ ਹੈ। ਹੁਣ ਭਾਈ ਸਦੀਆਂ ਬੀਤ ਗਈਆਂ, ਇਸੇ ਪ੍ਰਕਾਰ ਹੀ ਸ੍ਰੀ ਦਰਬਾਰ ਸਾਹਿਬ ਤੋਂ ਲੈ ਕੇ ਜਿੰਨੇ ਵੀ ਇਤਿਹਾਸਿਕ ਸਥਾਨ ਹਨ ਜਿਨ੍ਹਾਂ ਦੀ ਗੁਰਬਾਣੀ ਦਾ ਗਾਇਨ ਹੁੰਦਾ ਹੈ, ਆਸਾ ਜੀ ਕੀ ਵਾਰ ਦਾ ਕੀਰਤਨ ਹੁੰਦਾ ਹੈ,
ਸਾਰੀਆਂ ਥਾਵਾਂ ਤੇ ਹੀ ਭਾਈ ਇਹ ਜਿਹੜੀ ਧੁਨੀ ਉਚਾਰਨ ਹੁੰਦੀ ਹੈ ਆਸਾ ਜੀ ਦੀ ਵਾਰ ਦੀ। ਇਸ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਗੁਰੂ ਨਾਨਕ ਜਿਹੜੇ ਹਨ, ਪਹਿਲੇ ਘਰ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨਿਰੰਕਾਰ ਜੀ ਫਰਮਾਨ ਕਰਦੇ ਹਨ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ। ਜਿਵੇਂ ਪੁਰਾਤਨ ਜਨਮ ਸਾਖੀ ਦੇ ਵਿੱਚ ਆਉਂਦਾ ਹੈ ਨਾ ਕਿ ਇੱਕ ਸੇਖ ਬ੍ਰਾਹਮਣ ਦਾ ਨਾਂ ਦਾ ਇੱਕ ਵਿਅਕਤੀ ਸੀ। ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਜਗਤ ਜਲੰਧਰ ਨੂੰ ਤਾਰਦੇ ਹੋਏ ਪਾਕ ਪਟਨਮ ਦੀ ਧਰਤੀ ਤੇ ਪਹੁੰਚੇ, ਉਦੋਂ ਸੇਖ ਬ੍ਰਾਹਮਣ ਜਿਹੜਾ ਸੀ ਉਹ ਪੁੱਛਣ ਲੱਗਾ ਕਿ ਸਤਿਗੁਰੂ ਜੀ ਗੁਰੂ ਕੈਸਾ ਹੋਣਾ ਚਾਹੀਦਾ, ਗੁਰੂ ਤੋਂ ਵਾਰਨੇ ਫੇਰਨੇ ਕਿਸ ਪ੍ਰਕਾਰ ਜਾਣਨਾ ਚਾਹੀਦਾ ਹੈ, ਗੁਰੂ ਨੇ ਕਿਰਪਾ ਕੀ ਕੀਤੀ ਹੈ ਸਾਡੇ ਉੱਤੇ। ਸਤਿਗੁਰੂ ਜੀ ਫਰਮਾਨ ਕਰਦੇ ਹਨ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ। ਮਹਾਰਾਜ ਕਹਿੰਦੇ ਬਲਿਹਾਰੀ ਜਾਣਾ ਚਾਹੀਦਾ ਹੈ ਆਪਣੇ ਗੁਰੂ ਤੋਂ, ਦਿਹਾੜੀ ਸਦਵਾਰ। ਸਾਰੀ ਦਿਹਾੜੀ ਅੱਠੋ ਪਹਿਰੀ ਉਸ ਵਾਹਿਗੁਰੂ ਨੂੰ ਬਲਿਹਾਰਨੇ ਵਾਰਨੇ ਫੇਰਨੇ ਜਾਣਾ ਚਾਹੀਦਾ ਹੈ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜਿਹੜੇ ਗੁਰੂ ਨੇ ਸਾਨੂੰ ਮਨੁੱਖਾਂ ਤੋਂ ਬ੍ਰਹਮ ਗਿਆਨੀ ਬਣਾ ਦਿੱਤਾ, ਦੇਵਤੇ ਸਰੂਪ ਬਣਾ ਦਿੱਤਾ। ਇਹ ਦੇਵਤੇ ਜਿਹੜੇ 33 ਕਰੋੜਾਂ ਉਹਨਾਂ ਦੀ ਗੱਲ ਨਹੀਂ ਕੀਤੀ ਇੱਥੇ ਤੇ ਬ੍ਰਹਮ ਗਿਆਨੀ ਦੇਵਤੇ ਕਿਹਾ ਹੈ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਤੇ ਜਦੋਂ ਕੀਤੇ ਫਿਰ ਦੇਰੀ ਨਹੀਂ ਲੱਗੀ ਕੋਈ। ਬਹੁਤ ਜਨਮ ਵਿਛੜੇ ਥੇ ਮਾਂ ਦੋਹੇ ਜਨਮ ਤੁਮਾਰੇ ਲੇਖੇ। ਇਹ ਜਦੋਂ ਵੇਦਨਾ ਜੀਵਦੀ ਸੀ ਨਾ, ਮਹਾਰਾਜ ਬੜੇ ਜਨਮ ਵਿਛੜੇ ਹਾਂ, ਹੁਣ ਜਿਹੜਾ ਇਹ ਜਨਮ ਹੈ ਤੇਰੇ ਲੇਖੇ ਹੈ। ਉਦੋਂ ਸਤਿਗੁਰਾਂ ਨੇ ਕਿਰਪਾ ਕੀਤੀ, ਸਾਡੇ ਤੇ ਮਿਹਰਾਮਦ ਕੀਤੀ। ਜਿਨ ਮਾਨਸ ਤੇ ਦੇਵਤੇ ਕੀਏ, ਜਿਨ੍ਹਾਂ ਨੇ ਮਨੁੱਖਾਂ ਤੋਂ ਤੁੱਛ ਜੀਵਾਂ ਤੋਂ ਬੜੇ ਛਤਰਪਤੀ ਰਾਜੇ ਬਣਾ ਦਿੱਤਾ, ਬ੍ਰਹਮ ਗਿਆਨੀ ਸਰੂਪ ਦੇਵਤੇ ਬਣਾ ਦਿੱਤਾ। ਤੇ ਜਦੋਂ ਬਣਾਇਆ ਉਦੋਂ ਦੇਰੀ ਨਹੀਂ ਲੱਗੀ। ਮਹੱਲਾ ਦੂਜਾ। ਫਿਰ ਗੁਰਸਿੱਖਾਂ ਨੇ ਪ੍ਰਸ਼ਨ ਪੁੱਛਿਆ, ਦੂਸਰੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਸਾਹਿਬ ਜੀ, ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਗੁਰੂ ਦੀ ਵਡਿਆਈ ਕੀਤੀ ਹੈ, ਆਪ ਜੀ ਥੋੜ੍ਹਾ ਜਿਹਾ ਹੋਰ ਵਿਸਥਾਰ ਦੇ ਨਾਲ ਦੱਸੋ ਕਿ ਗੁਰੂ ਦੀ ਜਿਹੜੀ ਵਡਿਆਈ ਹੈ ਆਪ ਜੀ ਥੋੜ੍ਹੀ ਜਿਹੀ ਹੋਰ ਵਿਸਥਾਰ ਦੇ ਨਾਲ ਦੱਸੋ, ਸਾਨੂੰ ਤੁੱਛ ਜੀਵਾਂ ਨੂੰ ਸਮਝ ਨਹੀਂ ਆਈ। ਫਿਰ ਦੂਸਰੇ ਪਾਤਸ਼ਾਹ ਜੀ ਪ੍ਰਮਾਣ ਕਰਦੇ ਹਨ, ਜੀ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ। ਮਹਾਰਾਜ ਸਾਹਿਬ ਜੀ ਪ੍ਰਮਾਣ ਕਰਨ ਲੱਗੇ, ਦੂਸਰੇ ਗੁਰੂ ਨਾਨਕ ਸ੍ਰੀ ਗੁਰੂ ਅੰਗਦ ਦੇਵ ਜੀ ਪ੍ਰਮਾਣ ਕਰਨ ਲੱਗੇ ਕਿ ਗੁਰਸਿੱਖੋ ਜੇ 100 ਵੀ ਚੰਦਰਮਾ ਉੱਗ ਪਵੇ ਨਾ, 100 ਚੰਦਰਮਾ। ਹੁਣ ਵੇਖੋ ਸੰਗਤ ਜੀ, ਜਦੋਂ ਚੰਦਰਮਾ ਪੂਰਾ ਹੁੰਦਾ ਹੈ ਪੂਰਨਮਾਸੀ ਵਾਲੇ ਦਿਨ, ਉਹਦਾ ਕਿੰਨਾ ਜ਼ਿਆਦਾ ਪ੍ਰਕਾਸ਼ ਹੈ। ਮਹਾਰਾਜ ਸਾਹਿਬ ਕਹਿੰਦੇ ਜੇ 100 ਚੰਦਰਮਾ ਇਸ ਪ੍ਰਕਾਰ ਹੀ ਉੱਗ ਪਵੇ, ਸੂਰਜ ਚੜ੍ਹੈ ਹਜ਼ਾਰ, ਭਾਵੇਂ 1000 ਜਿਹੜੇ ਹਨ ਸੂਰਜ ਚੜ੍ਹ ਪੈਣ। ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਮਹਾਰਾਜ ਸਾਹਿਬ ਕਹਿੰਦੇ ਇੰਨਾ ਚਾਨਣ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਬਿਨਾਂ ਤੇ ਘੋਰ ਹਨੇਰਾ ਹੀ ਹੈ, ਬੜਾ ਜ਼ਿਆਦਾ ਹਨੇਰਾ ਹੈ ਗੁਰੂ ਤੋਂ ਬਗੈਰ। ਤੇ ਦੂਸਰਾ ਅਰਥ ਜਿਹੜਾ ਹੈ ਅੰਤਰੀਵ ਵਿਦਵਾਨ ਜਨ ਕਰਦੇ ਨੇ ਕਿ ਭਾਵੇਂ ਵੇਦਾਂ ਸ਼ਾਸਤਰਾਂ ਦੇ ਜਿੰਨੇ ਮਰਜ਼ੀ ਸੂਰਜ ਚੰਦ ਚੜ੍ਹ ਜਾਣ, ਜਿੰਨਾ ਮਰਜ਼ੀ ਜੀਵਨ ਦੇ ਵਿੱਚ ਗਿਆਨ ਪ੍ਰਾਪਤ ਕਰ ਲਵੇ ਜੀਵ, ਪਰ ਇਹਨਾਂ ਗ੍ਰੰਥਾਂ ਦਾ ਗਿਆਨ ਹੋਣ ਦੇ ਬਾਵਜੂਦ ਵੀ ਭਾਵੇਂ ਕੋਈ ਜਿੰਨੀ ਸੰਸਾਰਕ ਵਿੱਦਿਆ ਮਰਜ਼ੀ ਪੜ੍ਹ ਲਵੇ, ਜਿੰਨੀ ਮਰਜ਼ੀ ਉੱਚੀ ਅਹੁਦੇ ਤੇ ਲੱਗ ਜਾਵੇ, ਪਰ ਗੁਰ ਬਿਨ ਘੋਰ ਅੰਧਾਰ। ਮਹਾਰਾਜ ਸਾਹਿਬ ਕਹਿੰਦੇ ਗੁਰੂ ਦੇ ਬਿਨਾਂ ਤੇ ਘੋਰ ਅੰਧਾਰ ਹੈ, ਗੁਰੂ ਦੇ ਬਿਨਾਂ ਤੇ ਅੰਧੇਰਾ ਹੀ ਹੈ ਜੀਵਨ ਦੇ ਅੰਦਰ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਹਨ, ਨਾਨਕ ਗੁਰੂ ਨਾ ਚੇਤਨੀ ਮਨ ਆਪਣਾ ਸੁਚੇਤ। ਮਹਾਰਾਜ ਸਾਹਿਬ ਫਰਮਾਉਣ ਲੱਗੇ ਕਿ ਜਿਹੜੇ ਗੁਰੂ ਨਹੀਂ ਨਾ ਚੇਤੇ ਕਰਦੇ ਆਪਣਾ, ਆਪਦੇ ਮਨ ਵਿੱਚ ਕਹਿੰਦੇ ਨੇ ਕਿ ਬੜੇ ਸੁਚੇਤ ਹਾਂ, ਅਸੀਂ ਫਿਰ ਕੀ ਅੰਮ੍ਰਿਤ ਨਹੀਂ ਛਕਿਆ, ਤੇ ਅਸੀਂ ਕਿਹੜਾ ਮੀਟ ਸ਼ਰਾਬ ਖਾਂਦੇ, ਅਸੀਂ ਕਿਹੜਾ ਕੋਈ ਕੁਕਰਮ ਕਰਦੇ ਹਾਂ, ਫਿਰ ਕੀ ਜੇ ਅੰਮ੍ਰਿਤ ਨਹੀਂ ਛਕਿਆ। ਮਹਾਰਾਜ ਸਾਹਿਬ ਕਹਿੰਦੇ ਗੁਰੂ ਨਾ ਚੇਤਨੀ ਮਨ ਆਪਣਾ ਸੁਚੇਤ। ਗੁਰੂ ਨੂੰ ਚੇਤੇ ਨਹੀਂ ਕਰਦੇ। ਗੁਰੂ ਨੂੰ ਚੇਤੇ ਕਰਨਾ ਕੀ ਹੈ ਕਿ ਗੁਰੂ ਦੇ ਫਰਮਾਨ ਨੂੰ ਆਪਣੇ ਹਿਰਦੇ ਦੇ ਅੰਦਰ ਗ੍ਰਹਿਣ ਕਰਨਾ, ਇਹ ਗੁਰੂ ਨੂੰ ਚੇਤੇ ਕਰਨਾ ਹੈ। ਵਾਹਿਗੁਰੂ ਦਾ ਅੱਠੋ ਪਹਿਰ ਆਰਾਧਨ ਕਰਨਾ। ਮਹਾਰਾਜ ਸਾਹਿਬ ਕਹਿੰਦੇ ਜਿਹੜੇ ਆਪਣੇ ਗੁਰੂ ਨੂੰ ਚੇਤੇ ਨਹੀਂ ਨਾ ਕਰਦੇ, ਆਪਣੇ ਮਨ ਦੇ ਵਿੱਚ ਬੜੇ ਸੁਚੇਤ ਬਣਦੇ ਹਨ,
ਛੁੱਟੇ ਤਿਲ ਬੁਆੜ ਦਿਓ ਸੁnye ਅੰਦਰ ਖੇਤ। ਮਹਾਰਾਜ ਸਾਹਿਬ ਕਹਿੰਦੇ ਉਹਦੇ ਇਸ ਪ੍ਰਕਾਰ ਹਨ, ਜਿਵੇਂ ਕਿਸਾਨ ਨੇ ਤਿਲ ਬੀਜੇ ਤੇ ਉਹ ਤਿਲਾਂ ਦਾ ਜਿਹੜਾ ਇੱਕ ਬੂਟਾ ਸੀ ਉਹਦੇ ਵਿੱਚ ਤਿਲ ਨਹੀਂ ਸਨ, ਸਵਾਹ ਸੀ, ਫਲੀਆਂ ਤੇ ਲੱਗੀਆਂ, ਬੂਟਾ ਵੀ ਦੂਜਿਆਂ ਦੇ ਬਰਾਬਰ, ਪਰ ਉਹਦੇ ਵਿੱਚ ਤਿਲ ਨਹੀਂ ਪਾਇਆ। ਛੁੱਟੇ ਤਿਲ ਬੁਆੜ ਦਿਓ ਸੁnye ਅੰਦਰ ਖੇਤ। ਜਦੋਂ ਉਸਨੇ ਵੇਖਿਆ ਨਾ ਕਿ ਇਸ ਦੇ ਵਿੱਚ ਤੇ ਸਵਾਹ ਹੀ ਹੈ, ਕੋਈ ਤਿਲ ਦਾ ਦਾਣਾ ਨਹੀਂ ਬਣਿਆ, ਉਹਨੇ ਆਪਣੇ ਖੇਤ ਦੇ ਅੰਦਰ ਹੀ ਸਿੱਟ ਦਿੱਤਾ। ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹ। ਉਹ ਤੇ ਮਹਾਰਾਜ ਸਾਹਿਬ ਕਹਿੰਦੇ ਹਨ, ਜਦੋਂ ਖੇਤ ਦੇ ਅੰਦਰ ਸਿੱਟ ਦਿੱਤਾ ਉਹ ਤੇ ਇਸ ਪ੍ਰਕਾਰ ਹੈ ਜਿਵੇਂ ਬਿਨਾਂ ਪਤੀ ਤੋਂ ਇਸਤਰੀ ਹੈ, ਕਿਉਂਕਿ ਉਹਦਾ ਤੇ ਕੋਈ ਵਾਲੀ ਵਾਰਸੀ ਨਹੀਂ ਰਿਹਾ। ਜਦੋਂ ਵੇਖਿਆ ਕਿ ਉਹਦੇ ਵਿੱਚ ਕੋਈ ਫਲੀ ਨਹੀਂ, ਉਹਨੂੰ ਕੋਈ ਦਾਣਾ ਨਹੀਂ ਲੱਗਾ, ਅੰਦਰ ਸਵਾਹ ਭਰੀ ਹੈ, ਖੋਖਲਾ ਹੈ, ਉਹ ਕਿਸਾਨ ਨੇ ਕੀ ਕੀਤਾ, ਉਸ ਨੂੰ ਜ਼ਮੀਨ ਦੇ ਵਿੱਚ ਹੀ ਸਿੱਟ ਦਿੱਤਾ। ਉਹ ਤੇ ਮਹਾਰਾਜ ਸਾਹਿਬ ਕਹਿੰਦੇ ਇਸ ਪ੍ਰਕਾਰ ਹਨ, ਜਿਵੇਂ ਕੋਈ ਇਸਤਰੀ ਪਤੀ ਤੋਂ ਬਗੈਰ ਹੈ। ਫਲੀ ਹੈ ਫੁੱਲੀ ਹੈ ਵਪੜੇ ਭੀ ਤਨ ਵਿੱਚ ਸਵਾਹ। ਮਹਾਰਾਜ ਸਾਹਿਬ ਕਹਿੰਦੇ ਉਹ ਜਿਹੜਾ ਬੂਟਾ ਹੈ ਉਹ ਫਲਦਾ ਵੀ ਹੈ, ਉਸ ਨੂੰ ਫਲ ਵੀ ਲੱਗਦਾ ਹੈ, ਦੂਜਿਆਂ ਦੇ ਬਰਾਬਰ ਹੀ ਖੜਾ ਹੋ ਜਾਂਦਾ ਹੈ, ਪਰ ਭੀ ਤਨ ਵਿੱਚ ਸਵਾਹ। ਪਰ ਜਦੋਂ ਉਸ ਨੂੰ ਫਲ ਲੱਗਣ ਦਾ ਮੌਕਾ ਆਉਂਦਾ ਹੈ ਨਾ, ਉਦੋਂ ਅੰਦਰ ਸਵਾਹ ਭਰ ਜਾਂਦੀ ਹੈ। ਇਸੇ ਪ੍ਰਕਾਰ ਹੀ ਸਾਡੇ ਮਨੁੱਖਾਂ ਦੇ ਜੀਵਨ ਹਨ, ਜੀਵਾਂ ਦੇ ਜਿਹੜੇ ਜੀਵਨ ਹਨ ਕਿ ਦੂਜਿਆਂ ਵਾਂਗੂ ਹੀ ਕਰਮ ਕਰੀਦੇ ਹਨ, ਬੰਦਗੀ ਭਜਨ ਵੀ ਓਨਾ ਹੀ ਕਰੀਦਾ ਹੈ, ਵਾਹਿਗੁਰੂ ਦਾ ਚਿੰਤਨ ਆਰਾਧਨ ਵੀ ਓਨਾ ਹੀ ਕਰੀਦਾ ਹੈ, ਪਰ ਜਦੋਂ ਹੰਕਾਰ ਜਾਗ ਪੈਂਦਾ ਹੈ ਨਾ ਅੰਦਰ, ਕਿਸੇ ਨੇ ਕੋਈ ਮਾੜੀ ਗੱਲ ਕਹਿ ਦਿੱਤੀ, ਜਰੀ ਨਹੀਂ ਅੰਦਰ ਹੰਕਾਰ ਰੂਪੀ ਜਿਹੜੀ ਸਵਾਹ ਪੈਦਾ ਹੋ ਗਈ। ਫਿਰ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜਦੋਂ ਸਵਾਹ ਹੀ ਅੰਦਰ ਪੈਦਾ ਹੋ ਗਈ, ਜਿੱਥੇ ਗੁਰਬਾਣੀ ਦਾ ਬੀਜ ਹੋਣਾ ਸੀ, ਜਿੱਥੇ ਗੁਰਬਾਣੀ ਦਾ ਬੀਜ ਪੈਦਾ ਹੋਣਾ ਸੀ, ਉਹੜੀ ਥਾਂ ਤੇ ਵਿਕਾਰਾਂ ਰੂਪੀ ਸਵਾਹ ਬੀਜ ਦਿੱਤੀ ਜੀਵ ਨੇ। ਫਿਰ ਮਹਾਰਾਜ ਕਹਿੰਦੇ ਹਨ ਕਿ ਉਹ ਅਕਾਲ ਪੁਰਖ ਜਿਹੜਾ ਹੈ ਨਾ, ਉਹ ਫਲ ਨੂੰ ਸਿੱਟ ਦਿੰਦਾ ਹੈ, ਉਹ ਬੂਟੇ ਨੂੰ ਹੀ ਲਾ ਕੇ ਕੱਟ ਕੇ ਸਿੱਟ ਦਿੰਦਾ ਹੈ ਕਿ ਦੂਜਿਆਂ ਨੂੰ ਵੀ ਖਰਾਬ ਕਰੇਗਾ। ਇਸੇ ਪ੍ਰਕਾਰ ਜੀਵ ਦਾ ਹਾਲ ਹੈ, ਦੂਜਿਆਂ ਵਾਂਗੂ ਖੜਾ ਹੋਇਆ, ਕਰਮ ਵੀ ਦੂਜਿਆਂ ਵਾਂਗ ਕੀਤੇ, ਜਦੋਂ ਫਲ ਲੱਗਣ ਦਾ ਸਮਾਂ ਆਇਆ ਉਦੋਂ ਵਿਕਾਰਾਂ ਦੇ ਵਿੱਚ ਲੱਗ ਗਿਆ। ਸਾਰੀ ਉਮਰ ਗੁਰੂ ਘਰ ਆਉਂਦਾ ਰਿਹਾ, ਕਿਸੇ ਨੂੰ ਬੋਲ ਚਾਲ ਨਹੀਂ ਕੀਤਾ, ਪਰ ਜਦੋਂ ਕਿਸੇ ਨੇ ਬੁਲਾਇਆ, ਜਦ ਬੋਲ ਤਬ ਫੀਕੇ, ਉਦੋਂ ਹੀ ਮੁਖ ਤੋਂ ਫਿੱਕਾ ਬੋਲਿਆ, ਕੌੜੇ ਬਚਨ ਬੋਲਿਆ। ਜਦੋਂ ਫਲ ਲੱਗਣ ਦਾ ਸਮਾਂ ਸੀ ਉਦੋਂ ਫਲ ਨੂੰ ਸੁਆਹ ਕਰ ਲਿਆ, ਆਪਣਾ ਜੀਵਨ ਸਾਰਾ ਹੀ ਵਿਅਰਥ ਕਰ ਲਿਆ। ਫਿਰ ਮਹਾਰਾਜ ਸਾਹਿਬ ਕਹਿੰਦੇ ਕਿ ਉਸ ਨੂੰ 84 ਲੱਖ ਜੂਨਾਂ ਦੇ ਵਿੱਚ ਪੈਣਾ ਪੈਂਦਾ ਹੈ। ਪੌੜੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ। ਸੇਖ ਬ੍ਰਹਮ ਜੀ ਪੁੱਛਣ ਲੱਗੇ ਕਿ ਸਤਿਗੁਰੂ ਜੀ ਉਹ ਵਾਹਿਗੁਰੂ ਕੈਸਾ ਹੈ, ਉਸਨੇ ਸ੍ਰਿਸ਼ਟੀ ਦੀ ਰਚਨਾ ਕਿਵੇਂ ਕੀਤੀ? ਮਹਾਰਾਜ ਸਾਹਿਬ ਕਹਿੰਦੇ ਆਪੀ ਨੇ ਆਪ ਸਾਜਿਓ, ਉਸ ਨਿਰਗੁਣ ਸਰੂਪ ਵਾਹਿਗੁਰੂ ਨੇ ਆਪਣੇ ਆਪ ਹੀ ਆਪਣਾ ਸਰਗੁਣ ਸਰੂਪ ਤਿਆਰ ਕੀਤਾ ਹੈ। ਆਪੀ ਨ ਰਚਿਓ ਨਾਉ, ਆਪਣੇ ਆਪ ਹੀ ਉਸ ਵਾਹਿਗੁਰੂ ਨੇ ਆਪਣਾ ਵਾਹਿਗੁਰੂ ਨਾਮ ਰਚਿਆ ਹੈ, ਆਪਣੇ ਆਪ ਹੀ ਉਸ ਵਾਹਿਗੁਰੂ ਨੇ ਐਸੀ ਮਾਇਆ ਰਚੀ ਹੈ ਜਿੱਤੋਂ ਇਹ ਸਾਰਾ ਸੰਸਾਰ ਪੈਦਾ ਹੋਇਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਦੁਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਉ। ਇਹ ਜਿਹੜੀ ਮਾਇਆ ਤੋਂ ਦੂਸਰੀ ਕੁਦਰਤ ਸਾਜੀ ਨਾ, ਇਹ ਜਿਹੜੀ ਦੋਈ ਕੁਦਰਤ ਹੈ ਜਿਹਦੇ ਵਿੱਚ ਆਪਾਂ ਬੈਠੇ ਹਾਂ, ਇਹ ਸਾਰੀ ਦੋਈ ਕੁਦਰਤ ਹੈ। ਅਕਾਲ ਪੁਰਖ ਵਾਹਿਗੁਰੂ ਨੇ ਸਿੱਧੀ ਨਹੀਂ ਕੁਦਰਤ ਸਾਜੀ, ਪਹਿਲੋਂ ਮਾਇਆ ਸਾਜੀ, ਫਿਰ ਮਾਇਆ ਦਾ ਪਸਾਰਾ ਇਹ ਕੁਦਰਤ ਹੈ। ਕਿਉਂਕਿ ਵਾਹਿਗੁਰੂ ਤੇ ਅਕਾਲ ਪੁਰਖ ਵਾਹਿਗੁਰੂ ਬ੍ਰਹਮ ਜਿਹੜਾ ਹੈ ਉਹ ਸੁੱਧ ਸਰੂਪ ਹੈ, ਪਰ ਜਿਹੜੀ ਇਹ ਕੁਦਰਤ ਹੈ ਸੁੱਧ ਸਰੂਪ ਨਹੀਂ, ਇਹ ਤੇ ਮਾਇਆ ਦਾ ਪਸਾਰਾ ਹੈ। ਦੋਈ ਕੁਦਰਤ ਸਾਜੀ ਹੈ ਕਰ ਆਸਣ ਡਿਠੋ ਚਾਓ। ਮਹਾਰਾਜ ਸਾਹਿਬ ਕਹਿੰਦੇ ਉਸ ਕੁਦਰਤ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਬੜੇ ਖੇੜੇ ਆਨੰਦ ਦੇ ਨਾਲ ਆਪਣਾ ਆਸਣ ਲਾ ਕੇ ਬੈਠੇ ਹਨ। ਦਾਤਾ ਕਰਤਾ ਆਪ ਤੂੰ ਤੁਸ ਦੇਵ ਹੈ ਕਰਹਿ ਪਸਾਉ। ਸਾਰਿਆਂ ਜੀਵਾਂ ਨੂੰ ਦੇਣ ਵਾਲਾ ਰੋਜੀ ਰੋਟੀ, ਦੱਤਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਦੇਂਦੇ ਟੋਟ ਨਾ ਆਵੇ ਗਣਤ ਭਰੇ ਭੰਡਾਰ। ਉਹ ਜਿਹੜਾ ਦਾਤਾ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹ ਸਾਰਿਆਂ ਨੂੰ ਦਾਤਾਂ ਦੇ ਰਿਹਾ। ਤੁਸ ਦੇਵ ਹੈ ਕਰਹਿ ਪਸਾਉ, ਜੀਤੇ ਟੁੱਟ ਪੈਂਦਾ ਹੈ
ਉਸ ਨੂੰ ਫਿਰ ਬ੍ਰਹਮ ਰੂਪ ਦਾਤ ਦੇ ਦਿੰਦਾ ਹੈ ਬ੍ਰਹਮ ਗਿਆਨ ਦੇ। ਤੂੰ ਜਾਣ ਹੋਈ ਸਭ ਸਹਿ ਦੇ, ਲੈ ਸਹਿ ਜਿੰਦ ਕਵਾਓ। ਉਹ ਮਹਾਰਾਜ ਸਾਹਿਬ ਜਿਹੜੇ ਹਨ ਅਕਾਲ ਪੁਰਖ ਵਾਹਿਗੁਰੂ ਜੀ, ਉਹ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਜਾਣਦੇ ਹਨ ਕੀ ਵਿਚਰ ਰਿਹਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਘਟਾਂ ਘਟਾਂ ਦੇ ਅੰਤਰਾਂ ਦੀ ਜਾਣਨ ਵਾਲੇ ਜਿਹੜੇ ਵਾਹਿਗੁਰੂ ਜੀ ਹਨ, ਚੰਗੇ ਮਾੜੇ ਦੇ ਪੀੜਾਂ ਨੂੰ ਜਾਣਦੇ ਹਨ। ਸਭ ਸਹਿ ਦੇ ਲੈ ਸਹਿ ਜਿੰਦ ਕਵਾਓ। ਉਹ ਵਾਹਿਗੁਰੂ ਜੀ ਸਾਰਿਆਂ ਨੂੰ ਜਿਹੜਾ ਇਹ ਮਨੁੱਖਾ ਜੀਵਨ ਦਿੰਦੇ ਨੇ। ਲੈ ਸਹਿ ਜਿੰਦ ਕਵਾਓ। ਫਿਰ ਜਦੋਂ ਵਾਹਿਗੁਰੂ ਨੂੰ ਹਿਰਦੇ ਦੇ ਵਿੱਚ ਆਉਂਦਾ ਹੈ ਕਿ ਹੁਣ ਇਹਦਾ ਜੀਵਨ ਜਿਹੜਾ ਹੈ ਵਿਕਾਰਾਂ ਵਾਲਾ ਹੋ ਗਿਆ ਹੈ, ਜਿੰਨੀ ਉਮਰ ਇਸਨੇ ਭੋਗਣੀ ਸੀ ਭੋਗ ਲਈ ਹੈ, ਫਿਰ ਵਾਹਿਗੁਰੂ ਆਪਣੀ ਜਿਹੜੀ ਮੌਜ ਦੇ ਨਾਲ ਉਹਦੇ ਅੰਦਰੋਂ ਆਪਣੀ ਜੋਤ ਖਿੱਚ ਲੈਂਦਾ ਹੈ। ਫਿਰ ਜੀਵ ਜਿਹੜਾ ਹੈ ਉਹ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਇਸ ਪ੍ਰਕਾਰ ਹੀ ਵਾਹਿਗੁਰੂ ਆਪਦੀ ਮਰਜ਼ੀ ਦੇ ਨਾਲ ਜੀਵਾਂ ਨੂੰ ਬ੍ਰਹਮ ਗਿਆਨ ਦਿੰਦਾ ਹੈ। ਤੇ ਜਿਨ੍ਹਾਂ ਨੇ ਬ੍ਰਹਮ ਗਿਆਨ ਨਹੀਂ ਲਿਆ, ਵਿਕਾਰਾਂ ਦੀ ਦ੍ਰਿਸ਼ਟੀ ਦੇ ਵਿੱਚ ਰਹੇ, ਫਿਰ ਭਾਈ ਉਹ ਵਿਕਾਰਾਂ ਦੀ ਦ੍ਰਿਸ਼ਟੀ ਦੇ ਨਾਲ 84 ਲੱਖ ਜੂਨਾਂ ਦੇ ਵਿੱਚ ਪੈ ਗਏ। ਪਰ ਸਤਿਗੁਰੂ ਜੀ ਕਹਿੰਦੇ ਤੂੰ ਜਾਣ ਹੋਈ ਸਭ ਸਹਿ ਦੇ, ਲੈ ਸਹਿ ਜਿੰਦ ਕਵਾਓ। ਕੇਵਲ ਤੇ ਕੇਵਲ ਮਹਾਰਾਜ ਤੂੰ ਹੀ ਹੈ ਜਿਹੜਾ ਸਾਰਾ ਕੁਝ ਜਾਣਨ ਵਾਲਾ ਹੈ, ਜੀਵਨ ਨੂੰ ਆਪ ਹੀ ਦੇ ਰਿਹਾ ਹੈ ਤੇ ਆਪੇ ਹੀ ਸਾਰਿਆਂ ਨੂੰ ਲੈ ਰਿਹਾ ਹੈ। ਕਰ ਆਸਣ ਡਿਠੋ ਜਾਓ। ਉਹ ਸਾਰੇ ਆਪਣੇ ਕਰ ਕਮਲਾਂ ਦੇ ਨਾਲ ਵਾਹਿਗੁਰੂ ਨੇ ਜਿੰਨਾ ਪਸਾਰਾ ਕੀਤਾ ਹੈ, ਆਸਣ ਡਿਠੋ ਜਾਓ। ਇੱਕ ਬੜੇ ਤਖਤ ਦੇ ਬਹਿ ਕੇ ਵਾਹਿਗੁਰੂ ਬੜੇ ਚਾਅ ਉਤਸ਼ਾਹ ਦੇ ਨਾਲ ਇਹ ਸਾਰਾ ਪਸਾਰਾ ਜਿਹੜੇ ਕਰ ਰਹੇ ਹਨ। ਇੰਨੀ ਭਾਈ ਵਿਚਾਰ ਹੈ ਜਿਹੜੀ ਪਹਿਲੀ ਪੌੜੀ ਦੀ, ਇਹ ਸਤਿਗੁਰਾਂ ਨੇ ਕਿਰਪਾ ਮਿਹਰਾਮਤ ਕਰਕੇ ਸਾਨੂੰ ਬਖਸ਼ੀ। ਸਮਾਂ ਜਿਹੜਾ ਹੋ ਗਿਆ ਹੈ, ਸਤਿਗੁਰੂ ਜੀ ਕਿਰਪਾ ਮਿਹਰਾਮਤ ਕਰਨ। ਆਓ 5 ਮਿੰਟ ਰਹਿੰਦੇ ਨੇ, ਗੁਰੂ ਕੀ ਸਾਧ ਸੰਗਤ ਦਾ ਆਨੰਦ ਮਾਣੀਏ। ਪ੍ਰੇਮ ਪਿਆਰ ਦੇ ਨਾਲ ਮਨੋਬਿਰਤੀਆਂ ਨੂੰ ਇਕਾਗਰ ਕਰੀਏ ਜੀ। ਸਤਿਕਾਰ ਦੇ ਨਾਲ ਆਖੀਏ ਜੀ ਵਾਹਿਗੁਰੂ 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 ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ।
ਸਤਿਗੁਰਾਂ ਨੇ ਸੰਸਾਰ ਵਿੱਚ ਐਸਾ ਬੋਲਬਾਲਾ ਕੀਤਾ, ਜਿਹੜੇ ਖਾਲਸੇ ਪੰਥ ਦੀ ਰਚਨਾ ਕਰ ਦਿੱਤੀ। ਮਹਾਰਾਜ ਨੇ ਖਾਲਸ ਸਰੂਪ ਬਣਾ ਦਿੱਤਾ। ਖਾਲਸਾ ਅਕਾਲ ਪੁਰਖ ਦੀ ਜਿਹੜੀ ਫੌਜ ਹੈ, ਸਤਿਗੁਰਾਂ ਨੇ ਸਾਨੂੰ ਐਸੇ ਸਕੂਲ ਦਾ, ਐਸੀ ਫੌਜ ਦੇ ਵਿੱਚ ਦਾਖਲਾ ਦਿੱਤਾ ਹੈ। ਆਪਣੀ ਚਰਨ ਸਰਨ ਬਖਸ਼ੀ ਹੈ। ਭਾਈ ਵਡਭਾਗੀ ਹਾਂ ਜਿਹੜੇ ਗੁਰੂ ਕੀ ਸਾਧ ਸੰਗਤ ਵਿੱਚ ਬੈਠੇ, ਕੁਝ ਸਮਾਂ ਨਾਮ ਜਪ ਲਿਆ, ਕਥਾ ਸੁਣ ਲਈ। ਭਾਈ ਜਨਮ ਪਵਿੱਤਰ ਹੈ, ਆਵਾਗਮਨ ਮਿਟ ਜਾਵੇਗਾ। ਰੋਜ਼ ਭਾਈ ਆਇਆ ਕਰੋ। ਸਾਡਾ ਵੀ ਇਸੇ ਨਾਲ ਹੀ ਪਾਰ ਉਤਾਰਾ ਹੈ। ਜੇ ਵਾਹਿਗੁਰੂ ਦੀ ਕਥਾ ਸੁਣਾਂਗੇ, ਬੰਦਗੀ ਭਜਨ ਕਰਾਂਗੇ ਤੇ ਤਾਂ ਹੀ ਕਰਾਂਗੇ ਭਾਈ। ਬਿਨ ਨਾਵੈ ਨਾਹੀ ਕੋ ਖਾਓ, ਬਿਨਾਂ ਨਾਮ ਤੋਂ ਸੰਗਤ ਜੀ ਕਿਤੇ ਥਾਂ ਨਹੀਂ। ਇਸ ਕਰਕੇ ਬਹੁਤ ਬਹੁਤ ਧੰਨਵਾਦ ਹੈ ਗੁਰੂ ਦੀ ਸੰਗਤ ਜੁੜੀ, ਜਿਨ੍ਹਾਂ ਨੇ ਵਾਹਿਗੁਰੂ ਦਾ ਜਸ ਵਡਿਆਈ ਗਾਇਆ। ਇੱਕ ਸਲੋਕ ਦੀ ਜਿਹੜੀ ਵਿਚਾਰ ਹੈ, ਉਹ ਸਤਿਗੁਰਾਂ ਨੇ ਆਪਣੀ ਕਿਰਪਾ ਮਿਹਰਾਮਤ ਦੇ ਨਾਲ ਜਿਵੇਂ ਸਤਿਗੁਰਾਂ ਨੂੰ ਭਾਉਂਦਾ ਉਵੇਂ ਸਤਿਗੁਰਾਂ ਨੇ ਵਡਿਆਈ ਕਰਵਾਈ। ਬਾਕੀ ਭਾਈ ਵਿਚਾਰ ਜਿਹੜੀ ਹੈ ਉਹ ਕੱਲ੍ਹ ਨੂੰ ਸਰਵਣ ਕਰਾਂਗੇ। ਬੜੇ ਪ੍ਰੇਮ ਸਤਿਕਾਰ ਦੇ ਨਾਲ ਹਲ ਮਿਲ ਕੇ ਪੰਕਤੀਆਂ ਪੜ੍ਹੀਏ ਜੀ। ਤੂੰ ਜਾਣੋਈ ਸਭ ਸਹਿਜੇ, ਲੈਸੈ ਜਿੰਦ ਕਵਾਓ, ਕਰ ਆਸਨ ਡਿਠੋ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕਾ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕਾ। ਹੇ ਅਪਰੰਪਰ ਹਰ ਹਰੇ, ਹੈ ਭੀ ਹੋਵਨਹਾਰ। ਹੇ ਸੰਤੈ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸਰਦਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨਾ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਕਰਹੁ ਸਦਾ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਕਰਹੁ ਸਦਾ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।